सतनाम वाहिगुरु साहिब जीओ। मरण मुनसा सूरिया हक है, जो हुए मरण परवार। सूरे से अगे अखियाँ, दरगह पावैं साची मान। दरगह मान पावैं, पत स्यों जावैं। अगे दुख ना लागे, कर एक त्यागैं तां फल पावैं। जित सेवैं पौ भागै, ऊंचा नहीं कहना मन में रहना। ऊंचा नहीं कहना मन में, जा कट मरै कबू न छाड़े खेत। देह शिवा बर मोह है, शुभ कर्मन ते कबहू न डरों। ना डरों अरसों जब जाए लरों। निश्चय कर अपनी जीत करूं, अर सिखों अपने ही मन को। यह लालच हाँ गुण तो उचरो, जब आग की औद निदान बने। अत हीरण में तब जूझ मरो, जब आग की औद निदान बने। अत हीरण में तब जूझ मरो। परम सन्मान योग चवर छतर तखत दे मालिक परमेश्वर जी दा हिरदा निज स्वरूप। गुरगद्दी ते शोभायमान, लोक परलोक सहायक। धन 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 श्री गुरु ग्रंथ साहिब जी दी पवित्र पावन हजूरी अंदर आप साध संगत गुरुद्वारा सचखंड साहिब गोमती नगर लखनऊ, जिथे अज सरबंस दानी कलगीधर पिता गुरु गोबिंद सिंह महाराज जी दे लखते जिगर साहिबजादे अते मां गुजर कौर जी, जिन्हां दी लासानी शहादत नूं याद कीता जा रहा है। आओ आपां भी उन्हां दी शहादत नूं महसूस करिए। आप जी ने बहुत प्यार सत्कार नाल भाई साहब भाई मनजीत सिंह जी हजूरी रागी जथे पासों गुरबाणी कीर्तन श्रवण कीता है। आओ कुछ समय वास्ते गुरमत विचार नाल सांझ पाइए। जितने को माई भाई गुरु चरना विच बैठे हो, गुरु फतेह सांझी करो। आखो जी वाहिगुरु जी का खालसा, वाहिगुरु जी की फतेह। सरबंस दानी दशमेश पिता गुरु गोबिंद सिंह जी महाराज
ਜਿੱਥੇ ਉਹਨਾਂ ਨੂੰ ਲੋਕ ਮਾਣ ਸਤਿਕਾਰ ਨਾਲ ਕਹਿੰਦੇ ਨੇ ਇਹ ਸ਼ਹੀਦ ਪਿਤਾ ਦੇ ਪੁੱਤਰ ਨੇ। ਸ਼ਹੀਦ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਲਖਤੇ ਜਿਗਰ ਨੇ, ਤੇ ਉੱਥੇ ਉਹਨਾਂ ਨੂੰ ਇਹ ਵੀ ਮਾਣ ਹੈ ਕਿ ਉਹ ਸ਼ਹੀਦ ਪੁੱਤਰਾਂ ਦੇ ਪਿਤਾ ਨੇ। ਸ਼ਹੀਦ ਪਿਤਾ ਦੇ ਪੁੱਤਰ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਜੀ ਨੇ। ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੋ ਵੇਲਾ ਹੈ, ਵਕਤ ਹੈ, ਉਸ ਵੇਲੇ ਹਿੰਦੁਸਤਾਨ ਦਾ ਸ਼ਾਸਕ ਹੈ ਔਰੰਗਜ਼ੇਬ, ਤੇ ਔਰੰਗਜ਼ੇਬ ਦੇ ਇਸ ਰਾਜਕਾਲ ਦੇ ਅੰਦਰ ਇੱਕ ਐਲਾਨ ਕੀਤਾ ਗਿਆ ਵੀ ਸਾਰਾ ਹਿੰਦੁਸਤਾਨ ਇਸਲਾਮਿਕ ਸ਼ਰਅ ਦੇ ਹੇਠ ਆ ਜਾਵੇ। ਔਰੰਗਜ਼ੇਬ ਨੇ ਬਹੁਤ ਹੀ ਜ਼ੋਰ ਲਾਇਆ ਤੇ ਉਹਦਾ ਟਾਰਗੇਟ ਬਣਿਆ ਕਸ਼ਮੀਰ। ਕਸ਼ਮੀਰ ਦੇ ਪੰਡਤਾਂ ਨੂੰ ਟਾਰਗੇਟ ਬਣਾਇਆ ਵੀ ਇਹਨਾਂ ਨੂੰ ਪਹਿਲਾਂ ਇਸਲਾਮਿਕ ਸ਼ਰਅ ਦੇ ਵਿੱਚ ਲਿਆਂਦਾ ਜਾਵੇ, ਤੇ ਆਮ ਭੋਲੇ ਭਾਲੇ ਲੋਕ ਜਿਹੜੇ ਨੇ ਇਹਨਾਂ ਪੰਡਤਾਂ ਦੇ ਕਹੇ ਅਨੁਸਾਰ ਚੱਲਦੇ ਨੇ, ਉਹ ਆਪਣੇ ਆਪ ਹੀ ਇਸਲਾਮ ਕਬੂਲ ਕਰ ਲੈਣਗੇ। ਪਰ ਹਰ ਇੱਕ ਨੂੰ ਆਪਣਾ ਧਰਮ ਪਿਆਰਾ ਹੈ। ਹਿੰਦੂ ਨੂੰ ਆਪਣਾ ਧਰਮ ਪਿਆਰਾ, ਮੁਸਲਮਾਨ ਨੂੰ ਆਪਣਾ ਧਰਮ ਪਿਆਰਾ, ਸਿੱਖ ਨੂੰ ਆਪਣਾ ਪਿਆਰਾ ਹੈ, ਈਸਾਈਆਂ ਨੂੰ ਆਪਣਾ ਪਿਆਰਾ ਹੈ, ਹੋਰ ਜਿੰਨੇ ਵੀ ਧਰਮ ਨੇ ਸਾਰਿਆਂ ਨੂੰ ਆਪਣਾ ਆਪਣਾ ਧਰਮ ਮਜ਼ਹਬ ਪਿਆਰਾ ਹੁੰਦਾ ਹੈ। ਧਰਮ ਕਿਸੇ ਤੇ ਥੋਪਣ ਵਾਲੀ ਚੀਜ਼ ਨਹੀਂ ਹੈ। ਸੰਗਤ ਜੀ, ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਵਿੱਚ ਨਹੀਂ ਲਿਆਉਣਾ ਚਾਹੀਦਾ, ਤੇ ਨਾ ਹੀ ਕੋਈ ਆਉਂਦਾ ਹੈ। ਇਹ ਸਭ ਪਿਆਰ ਦੀਆਂ ਖੇਡਾਂ ਨੇ। ਪਰ ਸੰਗਤ ਜੀ, ਔਰੰਗਜ਼ੇਬ ਦੀ ਇਹ ਨੀਤੀ ਹੈ, ਪਿਆਰ ਨਾਲ ਕੋਈ ਆਵੇ ਠੀਕ ਹੈ, ਨਹੀਂ ਤੇ ਉਹਨੂੰ ਲਾਲਚ ਦਿੱਤਾ ਜਾਵੇ। ਜੇ ਕੋਈ ਲਾਲਚ ਨਹੀਂ ਮੰਨਦਾ ਤੇ ਉਹਨੂੰ ਜਬਰੀ ਇਸਲਾਮਿਕ ਸ਼ਰਅ ਦੇ ਵਿੱਚ ਲਿਆਂਦਾ ਜਾਵੇ। ਸ਼ਾਮ ਦਾਮ ਦੰਡ ਭੇਦ ਇਹ ਵਰਤੇ ਗਏ, ਪਰ ਜਿਨ੍ਹਾਂ ਨੂੰ ਆਪਣਾ ਧਰਮ ਪਿਆਰਾ ਸੀ ਉਹਨਾਂ ਨੇ ਇਨਕਾਰ ਕੀਤਾ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ। ਮੈਂ ਸੰਖੇਪ ਬੇਨਤੀ ਕਰਾਂ, ਆ ਕੇ ਫਰਿਆਦ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੀ ਬਾਂਹ ਫੜੀ। ਬਾਂਹ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ, ਬਾਂਹ ਨਾ ਛੋੜੀਐ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ, ਧਰਮ ਨਾ ਛੋੜੀਐ। ਪਟ ਚਾਂਦ ਦੇ ਬਚਨ ਨੇ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਬਾਂਹ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ, ਬਾਂਹ ਨਾ ਛੋੜੀਐ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1675 ਨੂੰ ਬਾਂਹ ਫੜੀ, ਤੇ ਇਹਦਾ ਸਿੱਟਾ ਨਿਕਲਿਆ, ਇਹਦਾ ਰਿਜ਼ਲਟ ਨਿਕਲਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਪ੍ਰਾਣਾਂ ਦੀ ਆਹੁਤੀ ਦੇਣੀ ਪਈ, ਆਪਣੇ ਪ੍ਰਾਣ ਦੇਣੇ ਪਏ। ਆਪਾਂ ਅੱਜ ਮਾਣ ਨਾਲ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਾ ਜਾਮ ਪੀਤਾ, ਕਿ ਜੇ ਕਿਧਰੇ, ਕਿਉਂਕਿ ਹਰ ਇੱਕ ਕਰਨੀ ਵਾਲੇ ਦੀ ਸ਼ਹਾਦਤ ਜਿਹੜੀ ਹੈ, ਉਹਦੀ ਸ਼ਹਾਦਤ ਦੇ ਨਾਲ ਇੱਕ ਮੋੜ ਆਉਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਐਸਾ ਮੋੜ ਆਇਆ, ਜ਼ੁਲਮ ਕਮਾਉਣ ਵਾਲਿਆਂ ਨੂੰ ਸਬਕ ਮਿਲ ਗਿਆ ਬਈ ਰੱਬ ਦੇ ਪਿਆਰੇ ਐਸੇ ਨੇ, ਉਹਨਾਂ ਤੇ ਜਿਤਨਾ ਵੀ ਜ਼ੁਲਮ ਕੀਤਾ ਜਾਵੇ ਉਹ ਜ਼ੁਲਮ ਦਾ ਮੁਕਾਬਲਾ ਸਬਰ ਦੇ ਨਾਲ ਕਰਨਾ ਜਾਣਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ੁਲਮ ਦਾ ਮੁਕਾਬਲਾ ਸਬਰ ਨਾਲ ਕੀਤਾ, ਤੇ ਜਦੋਂ ਕਿਧਰੇ ਸਬਰ ਦੇ ਨਾਲ ਵੀ ਉਹ ਮੰਨੇ ਨਾ, ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਥ ਵਿੱਚ ਸ਼ਸਤਰ ਪਕੜ ਲਿਆ। ਵੇਖੋ, ਇਨਸਾਨ ਜਦੋਂ ਕਿਧਰੇ ਨਦੀ ਨੂੰ ਪਾਰ ਕਰਦਾ ਹੈ ਤੇ ਬੰਦਾ ਸੋਚਦਾ ਵੀ ਚਲੋ ਗੋਡੇ ਗੋਡੇ ਪਾਣੀ ਹੈ, ਤੁਰੇ ਚੱਲੋ। ਪਾਣੀ ਲੱਕ ਤੱਕ ਵੀ ਆ ਜਾਵੇ, ਬੰਦਾ ਫਿਰ ਵੀ ਤੁਰਿਆ ਜਾਂਦਾ ਹੈ।
ਮੋਢਿਆਂ ਤੱਕ ਪਾਣੀ ਆ ਜਾਏ, ਬੰਦਾ ਕਹਿੰਦਾ ਵੀ ਤੁਰੇ ਚੱਲੋ, ਹਾਲੇ ਕਿਹੜਾ ਮੂੰਹ ਵਿੱਚ ਪਾਣੀ ਪਿਆ, ਨੱਕ ਵਿੱਚ ਪਾਣੀ ਪਿਆ, ਡੁੱਬਦੇ ਨਹੀਂ ਅਜੇ। ਪਰ ਜਦੋਂ ਥੋੜਾ ਜਿਹਾ ਹੋਰ ਅਗਾਂਹ ਜਾਂਦਾ ਹੈ ਤੇ ਪਾਣੀ ਗਹਿਰਾ ਹੁੰਦਾ, ਮੂੰਹ ਵਿੱਚ ਪਾਣੀ ਪੈਂਦਾ, ਨੱਕ ਵਿੱਚ ਪਾਣੀ ਪੈਂਦਾ, ਤੇ ਫਿਰ ਬੰਦਾ ਕੀ ਕਰਦਾ ਹੈ, ਹੱਥ ਪੱਲਾ ਮਾਰਦਾ ਹੈ ਵੀ ਹੁਣ ਤੇ ਚਾਰਾ ਹੀ ਕੋਈ ਨਹੀਂ ਹੈ। ਚਲੋ ਲੱਕ ਤੱਕ ਪਾਣੀ ਸੀ, ਠੋਡੀ ਤੱਕ ਪਾਣੀ ਆ ਗਿਆ, ਹੁਣ ਤੇ ਪਾਣੀ ਨੱਕ ਤੱਕ ਆ ਗਿਆ ਹੈ, ਇਹ ਡੋਬ ਦੇਗਾ। ਹੁਣ ਹੱਥ ਪੱਲਾ ਮਾਰੋ, ਹੱਥ ਪੱਲਾ ਮਾਰਨ ਦੇ ਨਾਲ ਹੋ ਸਕਦਾ ਕਿਧਰੇ ਮੈਂ ਪਾਰ ਲੰਘ ਜਾਵਾਂ। ਇਨ ਬਿਨ ਹਾਲਾਤ ਇਹੀ ਰਹੇ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਆਪਾਂ ਬਚਨ ਪੜ੍ਹਦੇ ਹਾਂ, ਚੂੰ ਕਾਰਜ ਹਮਾ ਹੀਲ ਤੇ ਦਰਗ ਗੁਜਸਤ, ਹਲਾਲ ਅਸਤ ਬੁਰਤਨ ਬਾ ਸ਼ਮਸ਼ੀਰੇ ਦਸਤ। ਫਿਰ ਸਾਹਿਬ ਜੀ ਨੇ ਸ਼ਮਸ਼ੀਰ ਨੂੰ ਹੱਥ ਵਿੱਚ ਪਕੜਿਆ ਹੈ। 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀਆਂ ਨੇ, ਤੇ ਕੋਈ ਵੀ ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਨਹੀਂ ਕਿ ਕਿਧਰੇ ਚੜ੍ਹ ਕੇ ਗਏ ਹੋਣ, ਆਇਆਂ ਹੋਇਆਂ ਦੇ ਨਾਲ ਜੰਗਾਂ ਕੀਤੀਆਂ ਨੇ ਜਿਹੜੇ ਚੜ੍ਹ ਕੇ ਆਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਿਲ ਕੰਬਾਊ ਸ਼ਹਾਦਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰ੍ਹਾ ਵਿੱਚ ਲਿਆਉਣ ਵਾਸਤੇ ਵੇਖੋ 3 ਸਿੱਖਾਂ ਨੂੰ ਪਹਿਲਾਂ ਮਾਰਿਆ ਗਿਆ, ਤੇ ਮੈਂ ਕਹਿੰਦਾ ਵਾਂ ਵੇਖੋ ਕਿੰਨਾ ਜ਼ੁਲਮ ਢਾਇਆ ਉਹਨਾਂ ਨੇ, ਬੇਰਹਿਮੀ ਦੇ ਨਾਲ ਇਹਨਾਂ 3 ਸਿੱਖਾਂ ਨੂੰ ਮਾਰਿਆ। ਭਾਈ ਮਤੀ ਦਾਸ ਜੀ ਦੀ ਜਦੋਂ ਤਸਵੀਰ ਵੇਖੀਦੀ ਹੈ ਨਾ, ਰੌਂਗਟੇ ਖੜੇ ਹੋ ਜਾਂਦੇ ਨੇ। ਜ਼ੁਲਮ ਕਮਾਉਣ ਵਾਲਿਆਂ ਨੇ ਇੰਤਹਾ ਕਰ ਦਿੱਤੀ, 2 ਟੁਕੜੇ ਕਰ ਦਿੱਤਾ ਭਾਈ ਮਤੀ ਦਾਸ ਜੀ ਨੂੰ। ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ, ਭਾਈ ਦਇਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲ ਦਿੱਤਾ, ਤੇ ਗੁਰੂ ਤੇਗ ਬਹਾਦਰ ਸਾਹਿਬ ਉਵੇਂ ਹੀ ਐਨ ਖਿੜੇ ਮੱਥੇ। ਕਾਜੀ ਕਹਿੰਦਾ, ਉਹ ਗੁਰੂ ਤੇਗ ਬਹਾਦਰ, ਤੁਹਾਡੇ 3 ਸਿੱਖਾਂ ਦਾ ਅਸੀਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਏ, ਤੁਹਾਡੇ ਚਿਹਰੇ ਤੇ ਕੋਈ ਸਿਕਨ ਨਹੀਂ, ਕੋਈ ਪਸੀਨਾ ਨਹੀਂ, ਕੋਈ ਮਾਯੂਸੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਉਹ ਆਵੇ ਵੀ ਕਿਉਂ? ਕਹਿੰਦੇ ਤੁਹਾਨੂੰ ਮੌਤ ਦਾ ਭੈ ਨਹੀਂ ਲੱਗਦਾ? ਗੁਰੂ ਤੇਗ ਬਹਾਦਰ ਸਾਹਿਬ ਨੇ ਗੱਲ ਕਹੀ, ਕਹਿੰਦੇ ਕਾਜੀ ਸਾਹਿਬ, ਇਹ ਗੁਰੂ ਨਾਨਕ ਸਾਹਿਬ ਜੀ ਦਾ ਸਕੂਲ ਹੈ, ਤੇ ਇਸ ਸਕੂਲ ਦੇ ਪ੍ਰਿੰਸੀਪਲ ਨੇ ਗੁਰੂ ਨਾਨਕ ਸਾਹਿਬ। ਮੈਂ ਇਸ ਸਕੂਲ ਦਾ ਟੀਚਰ ਹਾਂ, ਅਧਿਆਪਕ ਹਾਂ, ਇਹ ਮੇਰੇ ਸਕੂਲ ਦੇ ਵਿਦਿਆਰਥੀ ਨੇ। ਹਰ ਇੱਕ ਸਕੂਲ, ਕਾਲਜ, ਯੂਨੀਵਰਸਿਟੀ ਜਿਹੜੇ ਸੰਗਤ ਜੀ ਉਹਦੇ ਪ੍ਰਬੰਧਕ ਹੁੰਦੇ ਨੇ, ਪ੍ਰਿੰਸੀਪਲ ਜਾਂ ਟੀਚਰ ਹੁੰਦੇ ਨੇ, ਉਹ ਸੰਗਤ ਜੀ ਬੱਚੇ ਪੜ੍ਹਨ ਵਾਲੇ ਜਦੋਂ ਕਿਧਰੇ ਅੱਛੇ ਨੰਬਰਾਂ ਤੋਂ ਪਾਸ ਹੁੰਦੇ ਨੇ, ਜਾਂ ਬੱਚਾ ਕੋਈ ਟੌਪਰ ਆ ਜਾਵੇ, ਕਿੰਨੀ ਖੁਸ਼ੀ ਪ੍ਰਿੰਸੀਪਲ ਨੂੰ ਹੁੰਦੀ ਹੈ, ਕਿੰਨੀ ਖੁਸ਼ੀ ਟੀਚਰਾਂ ਨੂੰ ਹੁੰਦੀ ਵੀ ਸਾਡੇ ਸਕੂਲ ਦਾ ਬੱਚਾ ਜਿਹੜਾ ਏ ਉਹ ਜ਼ਿਲ੍ਹੇ ਵਿੱਚੋਂ ਟੌਪਰ ਆਇਆ ਹੈ। ਕਹਿੰਦੇ ਇਹ ਮੇਰੇ ਸਕੂਲ ਦੇ ਪੜ੍ਹਾਏ ਹੋਏ ਵਿਦਿਆਰਥੀ ਨੇ, ਅੱਜ ਇਹ ਆਪਣੇ ਇਮਤਿਹਾਨਾਂ ਵਿੱਚੋਂ ਪਾਸ ਹੋ ਗਏ ਨੇ, ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਬਹੁਤ ਖੁਸ਼ੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ, ਵੇਖੋ ਤੁਸੀਂ ਫਿਰ ਦੱਸੋ ਤੁਹਾਡਾ ਕੀ ਖਿਆਲ ਹੈ, ਕੀ ਮਨ ਬਣਾਇਆ? ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 3 ਸ਼ਰਤਾਂ ਰੱਖੀਆਂ। 3 ਬਾਤ ਨਿਰਣੈ ਕਰ ਲੀਜੈ, ਲਖੋ ਭਲੀ ਸੋ ਧਾਰਨ ਕੀਜੈ, ਸ਼ਰਾ ਚਲੋ ਕਲਮੇ ਕੋ ਪੜ ਮੁਖ, ਦੇ ਸ਼ਾ ਭੋਗੋ ਸਭ ਵਿਦ ਸੁਖ। ਕਹਿੰਦੇ ਸਾਰੇ ਸੁੱਖ ਮਿਲਣਗੇ, ਸ਼ਰਾ ਕਬੂਲ ਕਰ ਲੋ, ਕਲਮਾ ਪੜ ਲੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਲਮਾ ਪੜਨ ਵਿੱਚ ਮੈਨੂੰ ਕੋਈ ਹਰਜ ਨਹੀਂ, ਕਲਮਾ ਪੜਨ ਵਿੱਚ ਮੈਨੂੰ ਕੋਈ ਹਰਜ ਨਹੀਂ, ਪਰ ਜੇ ਤੁਸੀਂ ਈਨ ਮਨਾ ਕੇ ਮੇਰੇ ਕੋਲ ਕਲਮਾ ਪੜਾਉਂਦੇ ਹੋ ਤੇ ਫਿਰ ਤੁਸੀਂ ਪੜ੍ਹਾ ਨਹੀਂ ਸਕਦੇ। ਮੈਂ ਬੇਨਤੀ ਕਰਾਂ, ਮੈਂ ਲਖਨਊ ਵਿੱਚ ਰਹਿੰਦਾ ਸੀ, ਇੱਥੇ ਰਹਿੰਦਿਆਂ ਮੈਂ ਸਰਬ ਧਰਮ ਸੰਮੇਲਨਾਂ ਦੇ ਵਿੱਚ ਜਾਣਾ, ਰੋਜ਼ਾ ਇਫਤਾਰ ਤੇ ਕਈ ਵਾਰੀ ਗਿਆ, ਈਦ ਮਿਲਨ ਤੇ ਕਈ ਵਾਰ ਗਿਆ, ਤੇ ਉਹ ਮੁਸਲਮਾਨ ਭਰਾਵਾਂ ਨੇ ਮੈਨੂੰ ਇੱਕ ਕੁਰਾਨ ਮਜੀਦ ਦਿੱਤੀ। ਸਤਿਕਾਰ ਵਜੋਂ ਉਹਨਾਂ ਨੇ ਸਤਿਕਾਰ ਕੀਤਾ, ਤੇ ਜਿੰਨੇ ਵੀ ਆਂਦੇ ਸਨ ਉਹਨਾਂ ਨੇ ਕੁਰਾਨ ਮਜੀਦ ਦਿੱਤੀ। ਉਹ ਸੰਗਤ ਜੀ ਮੈਂ ਲਿਜਾ ਕੇ ਆਪਣੀਆਂ ਪੋਥੀਆਂ ਦੇ ਵਿੱਚ ਰੱਖੀ। ਮੈਂ ਕਦੀ ਨਹੀਂ ਸੰਗਤ ਜੀ ਮਨ ਵਿੱਚ ਖਿਆਲ ਆਇਆ ਕਿ ਵੇਖੋ ਧਾਰਮਿਕ ਪੋਥੀਆਂ ਮੇਰੀਆਂ ਵੀ ਪਈਆਂ ਨੇ, ਹਿੰਦੂਇਜ਼ਮ ਦੀਆਂ ਵੀ ਪਈਆਂ ਨੇ, ਸਿੱਖਇਜ਼ਮ ਦੀਆਂ ਵੀ ਪਈਆਂ ਨੇ, ਉੱਥੇ ਕੁਰਾਨ ਮਜੀਦ ਪਈ ਹੈ।
ਕਿ ਕਦੀ ਧਾਰਮਿਕ ਗ੍ਰੰਥ ਆਪਸ ਵਿੱਚ ਲੜੇ ਹੋਣ, ਉਵੇਂ ਦੇ ਉਵੇਂ ਹੀ ਪਏ ਨੇ। ਉੱਥੇ ਗੁਰਬਾਣੀ ਦੀਆਂ ਮੇਰੀਆਂ ਪੋਥੀਆਂ ਨੇ, ਉੱਥੇ ਭਗਵਤ ਗੀਤਾ ਵੀ ਮੇਰੇ ਕੋਲ ਪਈ ਹੈ, ਮੇਰੇ ਕੋਲ ਬਾਈਬਲ ਵੀ ਪਈ ਹੈ, ਕੁਰਾਨ ਮਜੀਦ ਵੀ ਪਈ ਹੈ, ਇੱਕੇ ਅਲਮਾਰੀ ਦੇ ਵਿੱਚ ਪਈਆਂ ਨੇ। ਪਰ ਸੱਚ ਜਾਣੇ ਉਹ ਧਾਰਮਿਕ ਗ੍ਰੰਥ ਪਏ ਨੇ, ਪਰ ਅਸੀਂ ਧਾਰਮਿਕ ਗ੍ਰੰਥਾਂ ਦੇ ਸੰਗਤ ਜੀ ਇੱਕ ਦੂਸਰੇ ਦੇ ਵੈਰੀ ਬਣੇ ਪਏ, ਅਸੀਂ ਇੱਕ ਦੂਸਰੇ ਦੇ ਵੈਰੀ ਬਣੇ ਪਏ। ਮੈਂ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ। ਭਾਈ ਜੈਤਾ ਜੀ ਸੀਸ ਲੈ ਕੇ ਆਏ। ਧੰਨ ਮਾਂ ਗੁਜਰੀ ਨੇ ਜਦੋਂ ਆਪਣੇ ਪਤੀ ਗੁਰਦੇਵ ਦਾ ਸੀਸ ਵੇਖਿਆ, ਕਹਿੰਦੇ 7 ਤਹਿਆਂ ਦੇ ਵਿੱਚ ਨਾ, ਕੱਪੜੇ ਦੀਆਂ 7 ਤਹਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸੀ, ਕੱਟਿਆ ਹੋਇਆ ਸੀਸ, ਖੂਨ ਦੇ ਨਾਲ ਲੱਥ-ਪੱਥ। ਭਾਈ ਜੈਤਾ ਜੀ ਨੇ ਕੱਪੜਿਆਂ ਵਿੱਚ ਲਪੇਟ ਕੇ ਲਿਆਂਦਾ ਤੇ ਜਦੋਂ ਆਨੰਦਪੁਰ ਸਾਹਿਬ ਮਾਂ ਗੁਜਰੀ ਦੇ ਹਵਾਲੇ ਕੀਤਾ, ਪਹਿਲਾ ਕੱਪੜਾ ਲਾਇਆ ਤੈਅ, ਦੂਸਰੀ ਤੈਅ ਹਟਾਈ, ਤੀਜੀ ਤੈਅ ਹਟਾਈ ਹੈ, ਤੇ ਜਦੋਂ ਚੌਥੀ ਤੈਅ ਹਟਾਈ ਤੇ ਉਹਦੇ ਉੱਤੇ ਖੂਨ ਦੇ ਧੱਬੇ ਨਜ਼ਰ ਆਏ। ਮਾਂ ਗੁਜਰੀ ਨੇ ਜਦੋਂ ਪੰਜਵੀਂ ਤੈਅ ਲਾਈ, ਉਹਦੇ ਉੱਤੇ ਹੋਰ ਜ਼ਿਆਦਾ ਖੂਨ ਦੇ ਧੱਬੇ ਸਨ। ਛੇਵੀਂ ਤੈਅ ਲਾਈ ਤੇ ਸੱਚ ਜਾਣੇ ਉਹ ਕੱਪੜਾ ਨਾਲ ਜੁੜਿਆ ਹੋਇਆ ਸੀ। ਤੇ ਜਦੋਂ ਅਖੀਰਲੀ ਤੈਅ ਮਾਂ ਗੁਜਰੀ ਨੇ ਆਪਣੇ ਪਤੀ ਗੁਰਦੇਵ ਦੇ ਚਿਹਰੇ ਤੋਂ ਹਟਾਈ ਨਾ, ਉਹ ਕੱਪੜਾ ਨਾਲ ਜੁੜਿਆ ਹੋਇਆ ਸੀ। ਜੁੜਿਆ ਹੋਇਆ ਖੂਨ ਦੇ ਨਾਲ ਕੱਪੜਾ ਲੱਥਦਾ ਨਹੀਂ। ਅੱਜ ਕਿਧਰੇ ਥੋੜਾ ਜਿਹਾ ਸੱਟ ਲੱਗ ਜਾਏ, ਆਪਾਂ ਟੈਂਪਰੇਰੀ ਪੱਟੀ ਬੰਨ ਲੈਂਦੇ, ਡਾਕਟਰ ਕੋਲ ਜਾਂਦੇ ਆ, ਜਾਂਦਿਆਂ ਜਾਂਦਿਆਂ ਤੱਕ ਉਹ ਬਲੱਡ ਸੁੱਕ ਜਾਂਦਾ ਹੈ। ਤੇ ਜਦੋਂ ਡਾਕਟਰ ਲਾਉਂਦਾ ਤੇ ਆਪਣੀ ਦਰਦ ਹੁੰਦੀ ਜਦੋਂ ਪੱਟੀ ਖਿੱਚਦਾ ਜ਼ਖਮ ਤੋਂ, ਉਹ ਫਿਰ ਇੱਕਦਮ ਇੱਧਰ ਉੱਧਰ ਧਿਆਨ ਕਰਕੇ ਤੇ ਖਿੱਚ ਦਿੰਦਾ ਪੱਟੀ। ਸੱਚ ਜਾਣਿਓ ਧੰਨ ਮਾਂ ਗੁਜਰੀ, ਤੇਰਾ ਦਿਲ ਨਹੀਂ ਡੋਲਿਆ। ਤੂੰ ਜਦੋਂ ਅਖੀਰਲੀ ਤੈਅ ਲਾਈ, ਕੱਪੜਾ ਚਿੰਬੜਿਆ ਹੋਇਆ ਨਾਲ ਚਿਹਰੇ ਦੇ, ਜਦੋਂ ਅਖੀਰਲੀ ਤੈਅ ਲਾ ਕੇ ਮਾਂ ਗੁਜਰੀ ਨੇ ਇੱਥੋਂ ਕੱਟੇ ਹੋਏ ਸੀਸ ਦੇ ਦੀਦਾਰ ਕੀਤੇ, ਮਾਂ ਗੁਜਰੀ ਦੇ ਹੱਥ ਜੁੜ ਗਏ। ਬਸ ਇੱਕ ਬਚਨ ਕਿਹਾ ਸੀ, ਮੇਰੇ ਸਿਰ ਦੇ ਸਾਈਆਂ ਤੇਰੀ ਨਿਭ ਗਈ ਹੈ, ਇੱਕ ਕਿਰਪਾ ਕਰੀ ਮੇਰੀ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾ। ਉਹ ਧੰਨ ਮਾਂ ਗੁਜਰੀ ਹੈ। ਸੱਚ ਜਾਣੇ ਉਹ ਜੀਵਨ ਪੜ੍ਹ ਕੇ ਵੇਖੋ। ਇੱਕ ਵਿਦਵਾਨ ਨੇ ਡਾਕਟਰ ਬੀਬੀ ਨਰਿੰਦਰ ਕੌਰ, ਉਹਨਾਂ ਨੇ ਮਾਂ ਗੁਜਰੀ ਦਾ ਇਤਿਹਾਸ ਲਿਖਿਆ ਤੇ ਉਸ ਪੁਸਤਕ ਦਾ ਨਾਮ ਹੈ ਧਰਤੀ ਦੀ ਧੀ ਮਾਂ ਗੁਜਰੀ। ਪੁਸਤਕ ਦਾ ਨਾਮ ਧਰਤੀ ਦੀ ਧੀ ਮਾਂ ਗੁਜਰੀ। ਉਹਨਾਂ ਨੇ ਲਿਖਿਆ, ਕਹਿੰਦੇ 13-14 ਸਾਲਾਂ ਦੀ ਮਾਂ ਗੁਜਰੀ ਸੀ। ਮਾਤਾ ਪਿਤਾ ਨੇ ਸ਼ਾਦੀ ਕਰ ਦਿੱਤੀ। ਜਦੋਂ ਆਏ, ਕਈ ਵਾਰੀ ਗੁਰੂ ਦਰਬਾਰ ਵਿੱਚ ਜਾਣਾ, ਸੇਵਾ ਕਰਨੀ ਮਾਂ ਬਾਪ ਦੇ ਨਾਲ। ਪਹਿਲਾਂ ਬੱਚੀਆਂ ਛੋਟੀਆਂ ਦੇ ਸ਼ਾਦੀ ਕਰ ਦਿੰਦੇ ਹੁੰਦੇ ਸਨ। ਸੰਗਤ ਜੀ, ਗੁਰੂ ਦਰਬਾਰ ਵਿੱਚ ਆਉਣਾ, ਮਨ ਵਿੱਚ ਖਿਆਲ ਆਇਆ ਕਿ ਜੇ ਕਿਧਰੇ ਮਾਲਕ ਸਾਨੂੰ ਪੁੱਤਰ ਦੇਵੇ, ਅਸੀਂ ਗੁਰੂ ਚਰਨਾਂ 'ਚ ਭੇਟ ਕਰ ਦਾਂਗੇ। ਸੱਚ ਹੈ, ਮਾਂ ਗੁਜਰੀ ਦੇ ਭਰਾ ਮਾਮਾ ਕਿਰਪਾਲ ਚੰਦ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਨੇ, ਗੁਰੂ ਘਰ ਦੀ ਸੇਵਾ ਵਿੱਚ ਰਹੇ। ਜਦੋਂ ਧੀ ਨੇ ਜਨਮ ਲਿਆ ਗੁਜਰੀ ਨੇ, ਤੇ ਪਿਤਾ ਜੀ ਬਾਬਾ ਲਾਲ ਚੰਦ ਜੀ, ਮਾਤਾ ਬਿਸ਼ਨ ਕੌਰ ਜੀ। ਸੰਗਤ ਜੀ ਜਾਣਾ ਗੁਰੂ ਦਰਬਾਰ ਵਿੱਚ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਨੀ, ਭਾਂਡੇ ਮਾਂਜਣੇ। ਤੇ ਮਾਂ ਗੁਜਰੀ ਨੇ ਆਖਣਾ ਆਪਣੀ ਮਾਤਾ ਜੀ ਨੂੰ, ਮਾਤਾ ਜੀ ਮੇਰਾ ਇਹ ਸੇਵਾ ਛੱਡ ਕੇ ਘਰ ਜਾਣ ਨੂੰ ਚਿੱਤ ਨਹੀਂ ਕਰਦਾ। ਮੇਰਾ ਚਿੱਤ ਕਰਦਾ ਮੈਂ ਗੁਰੂ ਘਰ ਵਿੱਚ ਰਹਿ ਕੇ ਮੈਂ ਸੰਗਤਾਂ ਦੇ ਜੂਠੇ ਭਾਂਡੇ ਮਾਂਜੀ ਜਾਵਾਂ, ਗੁਰੂ ਘਰ ਦੀ ਸੇਵਾ ਕਰਦੀ ਰਹਾਂ। ਮਾਤਾ ਬਿਸ਼ਨ ਕੌਰ ਨੇ ਆਪਣੇ ਪਤੀ ਨੂੰ ਬਾਬਾ ਲਾਲ ਚੰਦ ਜੀ ਨੂੰ ਆਖਿਆ, ਕਹਿੰਦੇ ਪਤੀ ਦੇਵ, ਆਪਣੀ ਧੀ ਦੀ ਬਿਰਤੀ ਬੜੀ ਧਾਰਮਿਕ ਹੈ। ਮੈਂ ਵੇਖਨੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਪੁੱਤਰ ਔਰ ਬਹੁਤ ਹੋਣਹਾਰ ਨੇ, ਭਗਤੀ ਭਾਵ ਵਾਲੇ ਨੇ, ਬੰਦਗੀ ਵਾਲੇ ਨੇ। ਤੁਸੀਂ ਗੱਲ ਤੋਰ ਕੇ ਵੇਖੋ ਖਾਂ, ਸ਼ਾਇਦ ਉਹ ਆਪਣੀ ਧੀ ਦਾ ਰਿਸ਼ਤਾ ਆਪਣੇ ਛੋਟੇ ਪੁੱਤਰ ਵਾਸਤੇ ਮੰਨ ਜਾਣ। ਬਾਬਾ ਲਾਲ ਚੰਦ ਜੀ ਆਖਦੇ ਨੇ, ਕਹਿੰਦੇ ਨੇ, ਭਾਗਵਾਨੇ ਕਿੱਥੇ ਗੁਰੂ ਨਾਨਕ ਦਾ ਘਰ, ਕਿੱਥੇ ਆਪਾਂ
माता जी ने बेनती की, कहते नहीं एक बारी गल तोड़ के तो वेखो, मैनू उम्मीद है गुरु हरगोबिंद साहब महाराज अपनी बेनती नू जरूर मन लैणगे। आखिर एक दिन बाबा लाल चंद जी ने बेनती की, सच्चे पातशाह एक बेनती करनी चाहुंदा हाँ। गुरु हरगोबिंद साहब वेखो गुरु ते जानदा है ना। साहब कहंदे लाल चंद की बेनती करनी चाहुंदा है? तेरी केड़ी बेनती नू गुरु नानक दे घर परवान नहीं कीता? दस तेरी केड़ी बेनती जिन्हों गुरु नानक साहब जी ने परवान नहीं कीता, तू कर बेनती, तेरी बेनती परवान होवेगी। बेनती की, गुरु हरगोबिंद साहब महाराज जी उस वेले उठ के भाई लाल चंद जी ने अपने घुट के कलेजे नाल ला लिया। कहते ने ये रिश्ता पक्का समझो, ये रिश्ता पक्का समझो। जिस दिन संगत जी विआह के डोली विच तोरिया, बाबा लाल चंद जी ने बेनती की, सच्चे पातशाह मेरे विच समर्था नहीं, मैं अपनी तुहाडी हैसियत मुताबिक अपनी बच्ची नूं कोई दाज दौण दे सकां। ते गुरु हरगोबिंद साहब जी ने बाबा लाल चंद जी नूं कुड़म साहब नूं घुट के कलेजे नाल ला के आख्या सी, जिन तनुजा अपनी दीनंग तिन पाछे क्या धर लीनंग। जिन्हें बच्ची जन्म दे के पाल पोष के दूजे दे घर तोर दिती होवे, उन्हें पिछे रखिया कि। खैर मैं जिहड़ी बेनती कर रहा सी, मां गुजरी ने सिदक निभाया, सिक्खी निभाई जे। गुरु गोबिंद सिंह महाराज जी की माता ने गुरु गोबिंद सिंह महाराज जी ने गोदी विच पा के ते बाणी पढ़नी। 6 सालां दे पटने की धरती ते हो गए। आनंदपुर साहब आए। आनंदपुर साहब जदों आए, गुरु तेग बहादुर साहब जी ने आख्या, पुत बाणी केड़ी याद? साहब गोबिंद राय जी ने आनंद साहब की बाणी सुनाई। गुरु तेग बहादुर साहब महाराज जी ने आनंदपुर साहब पहला माखोवाल नाम सी, फिर चक नानकी रखिया। साहब कहते हैं, बेटा पुत्र तुसी आनंद साहब की बाणी सुनाई, आनंद भया मेरी माए सतगुरु मैं पाया। अज इस नगरी का नाम चक नानकी तो असी आनंदपुर साहब रख दे। आनंदपुर साहब नाम रखिया है। ते संगत जी गुरु तेग बहादुर साहब महाराज जी ने हर एक तरह की सिक्ख्या दी। आप वचन पढ़ते हैं कि मदर देश हमको ले आए, भांत भांत दाइयां दुलराए, कीनी अनक भांत तन रक्षा, दीनी भांत भांत की शिक्षा। रक्षा भी की ते सच जानियो, दीक्षा भी दी, सिक्ख्या भी दी। हर एक गुण दे विच निपुण ने साहब गोबिंद राय। अपने पिता गुरदेव का जो शीश वेख्या तो जैते नूं पुछया सी, जैत्या किन्ने कु सिख सन दिल्ली की धरती पर? भाई जैते ने दस्सिया। उस वेले फैसला कर लिया, जैत्या जे तू कहना एवें होणगे बहुत सारे, पर आउण वाले समय दे विच मैं अपने खालसे नूं, अपने सिख नूं इहो जी रूप रेखा देवांगा जिहड़ा दूरों पहचानिया जावे। लखां विच बैठा होवेगा, दूरों नजर आएगा। श्री गोबिंद सिंह सुनकर ऐसे कवि राज कवि संतोख सिंह जी के वचन। श्री गोबिंद सिंह सुनकर ऐसे गर्जत बोले जलधर जैसे, इस बिद को अब पंथ बनाऊं सगल जगत माहे बिदताऊं। सारे जगत विच पहचान होगी, दूरों पता चलेगा भी आओ गुरु गोबिंद सिंह जी का सिख बैठा जी। पहचान की दस्तार दी है सानू। ये सच जानियो, ये साहबजादियां ने सानू दस्तारां दित्तियां जी। उन्हां दी लजपत ये दस्तार है, उन्हां दी इज्जत ये दस्तार है। खैर गुरु गोबिंद सिंह महाराज आनंदपुर साहबजादियां दा जन्म होया। आनंदपुरी दी नगरी, गुरु साहब जी की शाही ठाठ बाट, गुरु साहब जी का तखत ते बैठना, गुरु साहब के घोड़ियां की सवारी, गुरु साहब के कोल हाथी ने, गुरु घर च नगारा वजदा है, गुरु घर का लंगर चलता है। औरंगजेब नूं पाया ना, पहाड़ी राजियां नूं पाया ना,
पहाड़ी राजिया ने आए दिन जाके औरंगजेब नूं उकसाना, जां पना साडी रियासत दे अंदर आनंदपुर साहिब विखे गुरु गोबिंद सिंह जी का असल रसूख वधदा जा रहा है, आउण वाले समय च तुहानूं किहने पुछना है। ये ताकत नूं हुणे दबाया जावे। उन्हां ने किले बना लए ने ते किलियां दा मालक खवाउंदा जे, किले खाली करवाओ, किलियां तो बाहर कड्डो, उहदी ताकत नेस तो नाबूद हो जाएगी। खैर मैं संखेप बेनती कर रहा, पहाड़ी राजे मुगल सरकार नाल मिल गए, उन्हां दे उत्थों सारे काम पूरे हुंदे सन। उन्हां ने आख्या भी किवें जाएगा गुरु गोबिंद सिंह, जंगां होईयां पर जंगां दे नाल किले खाली ना करा पाए। बड़ियां जंगां होईयां, कदी भंगाणी दा युद्ध, कदी कोई युद्ध, कदी नदाउण दा युद्ध, पर किसी भी तरीके नाल गुरु गोबिंद सिंह महाराज का कुछ विगाड़ ना सके, क्योंकि किले ने, किले किवें खाली कराए जाण। इन्हां ने षड्यंत्र रचिया भी कसमां खा लो, भरोसे करके इन्हां नूं बाहर कढ़ दो तो फिर वेखी जाएगी। गऊ ते कुरान दियां कसमां, धार्मिक चिन्हां दियां कसमां खादियां। सिख कहंदे महाराज हुण की होवेगा। 8-9 महीने घेरा पिया रहा, राशन पानी बंद कर दिता। पानी वाला नाला जिहड़ा आउंदा सी आनंदपुर साहिब नूं नहर, इन्हां ने नहर कट दित्ती, आनंदपुर साहिब दा पानी भी बंद हो गया। हुण ते चलो बिजली दा युग है ना, एक दिन लाइट ना आवे तो वेखो शहरां दा हाल की हुंदा है। एक दिन पानी ना आवे तो पानी तो बिना गुजारा है। मैं कहना रोटी ना मिले सारा दिन चल जाएगा, पर जे पानी ना मिले, पानी तो बिना कादा गुजारा। सवेर तो उठते हैं शाम तक, रात तक, सौण तक आपां पानी नूं कितनी वारी यूज करते हैं, किस किस रूप विच आपां यूज करते हैं पानी नूं। ते गुरबाणी का फैसला है, पहला पानी जियो है जित हरिया सब को। पहला पानी जियो है, ते तां ही ते बचन कह दिता, पवन गुरु पानी पिता माता धरत महत। पानी पिता है ते सब सारियां दी लोड़ है पानी। भावें कोई हिंदू है, मुसलमान है, जैनी, बोधी, ईसाई, केड़ा पानी तो बिना रहिंदा है। इस करके पानी भी बंद कर दिता। उस घेरे दे विच 6-7 महीने का जिहड़ा घेरा पाई रखिया, कई फौज दे सिख मारे गए, प्रसादी हाथी मारिया गया, किला खाली ना करा पाए। आखिर इन्होंने गऊ कुरान दियां कसमां खादियां, साहब ने छड़ दिता किला। छड़ के किला जदों तुरे ने, उस वेले वहीर हाथ धो के मगर पै गए। रोपड़ तक आउंदियां संगत जी कई सिख शहादत का जाम पी गए। सरसा नदी ते आए, अमृत वेला हो गया, सरसा नदी ऐन चढ़ी हुई। जे पार करते हैं तो ये डुबेगी, मारेगी, की करिए। आखिर संगत जी उस भरी हुई सरसा नूं पार करने का फैसला किया गया। सरसा की भेट कई चढ़ गए। जदों चढ़ गए, मां गुजरी छोटे लाला नूं लैके एक खच्चर कईयां ने लिखिया। घोड़ा है बड़ा माड़ा जिहा सी घोड़ा, जिहड़ा हथ आया अगे बाबा फतेह सिंह, पिछे बाबा जोरावर सिंह। गंगू ब्राह्मण कहंदा, माता जी फिक्र ना करो, मैं इस घर का नमक खादा है, मैं तुहानूं घर लैके चलदा, कोई गल नहीं। मैं भी तुहाडा पुत अपने पिंड खेड़ी लै गया। इधर वड्डे साहिबजादे गुरु गोबिंद सिंह जी दे नाल 41 सिंह, बाबा अजीत सिंह ते बाबा जुझार सिंह 43 ते 44वें गुरु गोबिंद सिंह महाराज आप चमकौर दी गड़ी गए ने। रात पै गई। हुण जदों इत्थों ध्यान जांदा है ना, सरसा नदी विच डुबदियां होइयां नूं जदों वेख्या सी ते इत्थे जदों आए, अल्लाह यार खां योगी लिखदे, जिस दम हुए चमकौर में सिंहों के उतारे, चुलाए हुए शेर थे सब गैज के मारे,
ਸੰਗਤ ਜੀ ਉਹ ਅੰਦਰ ਦੀ ਵੀਰਤਾ ਨਹੀਂ ਗਈ, ਅੰਦਰ ਦਾ ਬਲ ਉਵੇਂ ਹੀ ਮਜ਼ਬੂਤ ਹੈ। ਬਾਹਰੋਂ ਭਾਵੇਂ ਦੁੱਖਾਂ ਨੇ ਘੇਰਿਆ, ਠੰਡ ਨੇ ਘੇਰਿਆ ਹੈ, ਭੁੱਖ ਦੇ ਦੁੱਖ ਨੇ, ਵਿਛੋੜੇ ਦਾ ਦੁੱਖ ਹੈ, ਪਰ ਅੰਦਰ ਦੀ ਚੜ੍ਹਦੀ ਕਲਾ ਉਵੇਂ ਹੀ ਹੈ। आंखों से निकलते थे दलेरों के शरारे, अखां विच ओही चमक है, अखां विच ओही दमक है। अल्लाह यार खां योगी लिख दे, सतगुरु के सिवा और गजब नाक थे सारे। गुस्से से नजर जाती थी अफवाज अदू पे, तेगों से निगाह पड़ती थी दुश्मन के गलों पे। तेगे हथ च पकड़े हुए ते मन विच ख्याल आउंदे ने, ਕਹਿੰਦੇ ਨੇ ਕਿਧਰੇ ਸਾਹਮਣੇ ਆ ਜਾਂਦੇ ਤੇ ਇੱਕ ਤੇਗਾ ਗਰਦਨ ਤੇ ਮਾਰਨਾ ਸੀ ਤੇ ਧੜ ਦੇ ਨਾਲੋਂ ਸਿਰ ਜੁਦਾ ਕਰ ਦੇਣਾ ਸੀ, ਪਰ ਮੌਕਾ ਨਹੀਂ ਮਿਲਿਆ। ਜਦੋਂ ਹੋਰ ਅੱਗੇ ਗਏ, ਚਮਕੌਰ ਦੇ ਨੇੜੇ ਗਏ, जब दूर से दरिया के किनारे नजर आए, डूबे हुए सरसा में प्यारे नजर आए। सरसा विच डूबदे हुए प्यारे नजर आए। ये देख के बिगड़े हुए सारे नजर आए। ते अल्लाह यार खां योगी लिखते ने, कहते थे इजाजत ही नहीं है हमें रन की, मट्टी तक उड़ा सकते हैं दुश्मन के चमन की। खैर मैं बहुता ज्यादा शेरां वाल ना जावां, समा घट। संगत जी कहते ने रात कटी। गुरु गोबिंद सिंह महाराज जदों कुछ रात लंघी, सिख थके टुटे सन। बुद्धि राम की हवेली दे विच उन्हें लंगर प्रशादा छकाया, छक के जो हिस्से आया छक के ते सौ गए। साहिबजादे भी उपर सौ गए, पर मेरा बाजा वाला माही सुता नहीं। किवें नींद आवे जब 1.5 घड़ी रात गई जिक्रे खुदा में, खैमे से निकल आए सरकार हवा में। खैमे का आखिरी अर्थ होता है तंबू, पर अल्लाह यार खां योगी दे अपने बोल ने सारा सिख पंथ विद्वान पढ़दा सुनाउंदा है। वो हवेली सी, चलो अपने टिकाणे तो बाहर आए। थले जिथे सिंह सुते सन, खैमे से निकल आए सरकार हवा में। कदमों से टहलते थे मगर दिल था दुआ में। बोले ऐ खुदावंद हूँ खुश तेरी रजा में। दातिया मैं खुश हाँ तेरी रजा दे, मैं कोई तेन उलांभा थोड़ी दिना हाँ, हूँ खुश तेरी रजा में। संगत जी जदों होर नेड़े आए तो कई सिंह सुते जड़े ने उन्हां दे सराणे वाले पासे आउंदे ने, कूकी विच सुते ने सिंह। किसी दे गर्दन ते हथ फेरते ने, कहते ये ओही गर्दन है जिते कल नूं तलवारां दे वार लगने, ये गर्दनां इन्हां दीयां कट्टियां जाणगीआं। मत्था चुमदे ने, केस सवारदे ने, ते जदों चरनां वाले पासे आउंदे ने, चूमा कभी हलकूम दहन चूमने बैठे, जब पायती आए तो चरण चूमने बैठे। ये बाजां वाला माही है। संगत जी करतार से बोले गोया रूबरू होकर, कल जाऊंगा चमकौर से मैं सुरखरू होकर। सुरखरू बंदा उदों कहंदा जदों करजाई होवे ना बंदा, किसी का करजा देना होवे 5, 7, 10 हज़ार का, लखां का, करोड़ां का, बंदा कहंदा मैं ते करजे दे नाल दबिया होया हाँ, ते जदों पाई पाई चुका देवे उदों बंदा कहंदा हुण बिल्कुल सुरखरू हाँ जी, हुण नहीं किसी का देना। करतार से बोले गोया रूबरू होकर, कल जाऊंगा चमकौर से मैं सुरखरू होकर। कहते चमकौर तो सुरखरू होके जावांगा कल नूं मैं। रात बतीत हुई, दिन चढ़िया। संगत जी नाहर खां वो हवेली ते चढ़न लगा, गड़ी ते पौड़ी ला। गुरु गोबिंद सिंह महाराज ने कमान विचों तीर मारिया, सीने विच वज्जा ते तड़ाम करके पौड़ी तो थले गए। गनी खां दूसरी पौड़ी तो चढ़िया, असीं गुरु गोबिंद सिंह नूं जिउंदे पकड़ लैणा। नाहर खां बड़ा दलेर सूरमा सी, शेर मुहम्मद दा भरा है ना, फिर जिहड़ा संगत जीओ जिहनूं वजीर खां कहंदा, ओ शेर मुहम्मद तेरे भरा नाहर खां नूं गुरु गोबिंद सिंह जी ने मारिया सी चमकौर दी गड़ी विच। आ गुरु गोबिंद सिंह जी दे लाल कब्जे विच आए ने, इन्हां नूं मार के अपने भरा दा बदला ले लै। पर सच जाणिओ शेर मुहम्मद कहंदा नहीं नहीं खान साहब,
गुरु गोबिंद सिंह सामने टकरेगा, मैं गुरु गोबिंद सिंह नाल दो हाथ करांगा, मर जावांगा जां मारांगा, पर इन्हां ना मासूम बच्चियां दा की कसूर, इन्हां नाल मेरा कोई वैर नहीं, इन्हां नूं छड़ दिता जाए। पर ओदी मन्नी किसे ने नहीं। सुच्चा नंद उकसाण वाला सी। शेर मुहम्मद कहंदा है, ओ खुदा दे प्यारिओ डरो खुदा तो। कहंदे ने खुदा दी शरा जिहड़ी इजाजत नहीं देंदी मासूम बच्चियां ते जुल्म ढाउणा, इन्हां ने की विगाड़िया है। हा दा नारा मार के भरी कचहरी विच उठ के बाहर चला गया सी। ये नाहर खां शेर मुहम्मद दा भरा है। संगत जी पौड़ी ते चढ़िया, गुरु गोबिंद सिंह जी ने तीर मारिया। गनी खां पौड़ी ते चढ़िया, गुरु गोबिंद सिंह जी ने उन्होंने भी झटका दिता। एक संगत जी ख्वाजा मरदूद महमूद, ख्वाजा महमूद वो जदों चढ़िया ना पौड़ी ते, उन्हें रत्ता को अख चक के वेख्या गुरु गोबिंद सिंह खड़े ने, एकदम छुप गया, पौड़ी तो थले उतरिया। गुरु गोबिंद सिंह महाराज कहते हैं, ओ कायर मरदूद, जे किधरे तू मेरे सामने आउंदा एक तीर तेनू भी बख्श देना सी, पर अफसोस है तू मेरे सामने नहीं आया। चमकौर दी गड़ी अज जंग छिड़िया, 5-5 दे जत्थे अगे गए, 17 सिंह शहादत दा जाम पी गए। साहिबजादा बाबा अजीत सिंह आग्या मंग के जंग विच जांदे, जूझे आसमानी बिजली की तरह टुट के पै गए। भाजड़ पै गई मुगलिया दल के अंदर। आखिर संगत जी 100-200 हज़ारां नूं मारिया। दुश्मन के घेरे विच आए, एक पासे 10 लाख ते एक पासे 40। उन्होंने संगत जी सीने च बरछे मारे, बरछे मारे, तीर मारे, मन मर्जियां करके उन्होंने साहिबजादा बाबा अजीत सिंह नूं शहीद किया। जंग के मैदान में गिर गए बाबा अजीत सिंह। कोल खड़े ने बाबा जुझार सिंह जी। ये नहीं गुरु साहब नूं कहना पिया कि जाओ मेरे जुझार प्यारे, आग्या मंगते ने। आग्या मंग के जंग के मैदान में गए। वो भी संगत जी आसमानी बिजली की तरह टुट के पै गए। लड़े ने जंग के मैदान में, वो भी घेरे में आए। अपने वड्डे भरा तो 2 कदम अगे होके शहादत का जाम पींदे। जदों 2 कदम अगे होके शहादत का जाम पी गए, मेरा बाजा वाला माही ममटी तो देखदा पिया सी ते एक बचन कह के भेजिया सी, मेरे प्यारे जदों तुहाडे सीने च बरछी वजे, एक बारी मेरे वल मूँह करके वेख लवीं। कहंदे मैं तेनू मरदे होए नूं वेखना चाहुंदा। ये दशमेश पिता का जिगरा जे। जदों जंग के मैदान में गिर गए ना, ज्ञानी सोहण सिंह जी सीतल साहब ने बड़िया सोहणियां 4 कुसदरां लिखियां ने। कहते हैं छोटा जदों शहीद हो गया, गुरु गोबिंद सिंह महाराज जी ने जेड़े अंदर दी उन्हां दी फीलिंग, अंदर दी भावना, हस शहीदी पा गया जद लाल छुटेरा, अखां सामने हो गया वो बेरा बेरा, उंगल ला के लै गया उन्होंने वीर बडेरा, जोड़ी जोड़ी हो गया परिवार बथेरा। बेनती करा एक पुत ते नाज हुंदा, जेदे 2 होण बंदा कहंदा कोई नहीं, 2 पुत ने परवाह कोई नहीं। जेदे 4 पुत होण कहंदे गल ही कोई नहीं, 4 पुत ने मेरे शेर बब्बर शेर ने, परवाह ही कोई नहीं। परिवार घट नहीं, परिवार बहुत वड्डा है। ते जे किधरे वो चारे जीउंदे हुंदे विआहे जांदे ते फिर होर किड्डा परिवार वधना सी। कहंदे जोड़ी जोड़ी हो गया परिवार बथेरा, हथ बन बोले सतगुरु वाह भाणा तेरा, तेरा तुझको सौंपते क्या लागे मेरा। हुक्म रजाई चलना जो करे चंगेरा, बचन कह दिता। वो किन्ना को एहसान मनदे असीं। मैं कहना पता नहीं सानू किदों शब्द मैं कह देवां अकल आउणी है। असीं आ हफ्ता भी कई ना विआह नहीं छड्डदे। तरीक रखनी होवे ना किधरे विआह दी ते कई बारी आउंदे ने ज्ञानी जी जंतरी लिआओ। पुछदा कि कहंदे जी पुत्र दा धी दा विआह रखना है, थोड़ी जी तरीक वेखिओ, तरीक वेखिओ। जदों तरीक वेख के दसी दी है ते कहंदे जी आ दिन नहीं रखना। पुछया क्यों?
ਕਹਿੰਦੇ ਅੱਜ ਤੋਂ 30 ਸਾਲ ਪਹਿਲਾਂ ਮੇਰੇ ਮਾਤਾ ਜੀ ਜਾਂ ਦਾਦੀ ਜੀ ਗੁਜ਼ਰ ਗਏ ਸਨ, ਆਹ ਤਰੀਕ ਨਹੀਂ ਰੱਖਣੀ ਵਿਆਹ ਦੀ। ਦਾਦੀ ਜੀ ਗੁਜ਼ਰ ਗਏ ਸਨ, ਦਾਦਾ ਗੁਜ਼ਰ ਗਿਆ ਸੀ, ਫਲਾਨਾ ਗੁਜ਼ਰ ਗਿਆ ਸੀ ਰਿਸ਼ਤੇਦਾਰ, ਉਸ ਤਰੀਕ ਨੂੰ ਅਸੀਂ ਅਵਾਇਡ ਕਰਦੇ, ਨਹੀਂ ਇਹ ਸਾਨੂੰ ਪਿੰਚ ਕਰਦੀ, ਦੁੱਖ ਦਿੰਦੀ ਹੈ। ਤੇ ਜਦੋਂ ਪੋਹ ਦੇ ਮਹੀਨੇ ਵਿੱਚ ਅਸੀਂ ਆਪਣੇ ਧੀਆਂ ਪੁੱਤਰਾਂ ਦਾ ਵਿਆਹ ਰੱਖਦੇ, ਸਾਨੂੰ ਸਾਹਿਬਜ਼ਾਦੇ ਭੁੱਲ ਜਾਂਦੇ ਆ। ਸਾਨੂੰ ਚਮਕੌਰ ਦੀ ਗੜੀ ਕਿਉਂ ਭੁੱਲ ਜਾਂਦੀ ਹੈ? ਸਾਨੂੰ ਸਾਕਾ ਸਰਹੰਦ ਦਾ ਕਿਉਂ ਭੁੱਲ ਜਾਂਦਾ ਏ? ਸਾਨੂੰ ਕਿਉਂ ਨਹੀਂ ਚੇਤੇ ਆਉਂਦਾ ਵੀ ਇਸ ਤਰੀਕ ਨੂੰ ਆਨੰਦਪੁਰ ਸਾਹਿਬ ਛੱਡਿਆ ਸੀ, ਇਸ ਤਰੀਕ ਨੂੰ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਸਨ, ਭਾਈ ਉਦੈ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਸਨ। ਤਕਰੀਬਨ ਕੋਸ਼ਿਸ਼ ਕਰੀਏ ਸਾਰਾ ਮਹੀਨਾ ਨਹੀਂ ਤੇ ਇੱਕ ਹਫ਼ਤਾ ਜਿਹੜਾ ਏ ਅਸੀਂ ਸੰਗਤ ਜੀ ਆਪਣੇ ਵਿਆਹ ਸ਼ਾਦੀ ਛੱਡੀਏ। ਇਹ ਹਫ਼ਤਾ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦਾ। ਗਿਆਨੀ ਸੋਹਣ ਸਿੰਘ ਜੀ ਸੀਤਲ ਲਿਖਦੇ, ਕਹਿੰਦੇ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਪੰਥ ਨੂੰ ਵਸਾਉਣ ਵਾਸਤੇ ਆਪਣੇ ਆਪ ਨੂੰ ਉਜਾੜਨਾ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ, ਬੜੇ ਵਿਦਵਾਨ ਨੇ ਪੰਥ ਦੇ, ਉਹਨਾਂ ਨੇ ਇੱਕ ਘਟਨਾ ਬੋਲੀ। ਕਹਿੰਦੇ ਮੈਂ ਵਿਦੇਸ਼ ਗਿਆ, ਉੱਥੇ ਕਹਿੰਦੇ ਕੋਈ ਸੈਮੀਨਾਰ ਹੋਇਆ, ਕਹਿੰਦੇ ਮੈਨੂੰ ਵੀ ਬੋਲਣ ਦਾ ਮੌਕਾ ਮਿਲਿਆ। ਇੱਕ ਬੱਚੀ ਮੈਨੂੰ ਸਵਾਲ ਕਰਦੀ, ਅੰਗਰੇਜ਼ਾਂ ਦੀ ਬੱਚੀ, ਕਹਿੰਦੇ ਮੈਨੂੰ ਸਵਾਲ ਕਰਦੀ ਹੈ ਕਿ ਮੈਂ ਕਈ ਸਿੱਖ ਪਰਿਵਾਰਾਂ ਦੇ ਵਿਆਹ ਸ਼ਾਦੀ ਅਟੈਂਡ ਕੀਤੇ, ਮੈਨੂੰ ਜਾਣ ਦਾ ਮੌਕਾ ਮਿਲਿਆ। ਮੈਂ ਵੇਖਦੀ ਹਾਂ ਜਦੋਂ ਵਿਆਹ ਹੁੰਦਾ ਹੈ ਤੇ ਕਈ ਉੱਠ ਕੇ ਤੇ ਮਾਇਆ ਵਾਰਦੇ ਨੇ, ਨੋਟ ਵਾਰਦੇ ਨੇ। ਉਹ ਕੀ ਹੈ ਤੁਹਾਡੇ ਧਰਮ ਦੇ ਵਿੱਚ ਰੀਤੀ ਜਾਂ ਰਸਮ? ਡਾਕਟਰ ਸਾਹਿਬ ਕਹਿੰਦੇ, ਮੈਂ ਬੱਚੀ ਨੂੰ ਆਖਿਆ, ਬੱਚੀਏ ਜਿਹੜੀ ਜੋੜੀ ਦਾ ਵਿਆਹ ਹੋ ਰਿਹਾ ਏ, ਜਿਹੜੇ ਕਪਲ ਦਾ ਵਿਆਹ ਹੋ ਰਿਹਾ ਨਾ, ਬਹੁਤ ਇੰਪੋਰਟੈਂਟ ਉਹ ਜੋੜੀ ਹੈ। ਉਸ ਵੇਲੇ ਖੁਸ਼ੀ ਦੇ ਵਿੱਚ ਆ ਕੇ ਲੋਕ ਉਹਦੇ ਤੋਂ ਨੋਟ ਵਾਰਦੇ ਨੇ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ। ਕਹਿੰਦੇ ਉਸ ਬੱਚੀ ਨੇ ਸਵਾਲ ਕੀਤਾ ਵੀ ਕਿੰਨੇ ਕੁ ਵਾਰਦੇ ਹੋ? ਕਹਿੰਦੇ ਸਮਰੱਥਾ ਮੁਤਾਬਕ, ਕੋਈ 10 ਵਾਰੇ, ਕੋਈ 20 ਵਾਰੇ, ਕੋਈ 50 ਵਾਰੇ, ਕੋਈ 100, ਕੋਈ 500 ਵਾਰੇ, ਕੋਈ ਹਜ਼ਾਰਾਂ ਵਾਰੇ। ਕਹਿੰਦੇ ਬੱਚੀ ਨੇ ਪੁੱਛਿਆ, ਠੀਕ ਹੈ, ਜੇ ਨੋਟ ਵਾਰਦੇ ਨੇ ਤੇ ਫਿਰ ਸਭ ਤੋਂ ਵੱਡਾ ਵਾਰਨਾ ਕਿਹੜਾ ਹੋਇਆ? ਤੇ ਡਾਕਟਰ ਸਾਹਿਬ ਕਹਿੰਦੇ, ਬੱਚੀਏ ਇੱਕ ਐਸਾ ਵਾਰਨਾ ਹੋਇਆ ਜਿਹਦੇ ਤੋਂ ਵੱਡਾ ਵਾਰਨਾ ਹੀ ਕੋਈ ਨਹੀਂ ਹੋਇਆ। ਕਹਿੰਦੇ ਕਿਹਨੇ ਕੀਤਾ? ਕੌਣ ਐਸਾ ਅਰਬਪਤੀ ਹੈ, ਕਰੋੜਪਤੀ ਹੈ, ਜਿਹਨੇ ਸਭ ਤੋਂ ਵੱਡਾ ਵਾਰਨਾ ਕੀਤਾ? ਤੇ ਡਾਕਟਰ ਸਾਹਿਬ ਕਹਿੰਦੇ ਉਹ ਅਰਬਪਤੀ ਕਰੋੜਪਤੀ ਨਹੀਂ, ਉਹ ਤੇ ਦੁਨੀਆ ਦਾ ਮਾਲਕ ਹੈ। ਕੌਣ? ਕਹਿੰਦੇ ਉਹ ਦਸ਼ਮੇਸ਼ ਪਿਤਾ ਹੈ। ਅਸੀਂ ਤੁਸੀਂ ਆਪਣੇ ਵਿਆਹ ਦੀ ਜੋੜੀ ਦੇ ਉੱਤੋਂ ਕੋਈ 150 ਹਜ਼ਾਰਾਂ ਵਾਰ ਦੇਗਾ, ਇੱਕ ਦਸ਼ਮੇਸ਼ ਪਿਤਾ ਐਸਾ ਜੇ ਜਿਹਨੇ ਕੌਮ ਤੋਂ ਆਪਣੇ ਚਾਰੇ ਲਾਲ ਵਾਰ ਦਿੱਤੇ। ਆਪਣੀ ਕੌਮ ਦੇ ਉੱਤੋਂ ਚਾਰੇ ਲਾਲ ਵਾਰ ਦਿੱਤੇ ਜੇ। ਦਮਦਮਾ ਸਾਹਿਬ ਦੀ ਧਰਤੀ ਤੇ ਕਦੀ ਲੈ ਕੇ ਜਾਓ ਧਿਆਨ। ਪੁੱਛਿਆ ਸੀ ਮਾਤਾਵਾਂ ਨੇ ਪਹੁੰਚ ਕੇ, ਕਿੱਥੇ ਨੇ ਆਪਣੇ ਜਿਗਰ ਦੇ ਟੁਕੜੇ ਲਾਲ? ਵਿਦਵਾਨਾਂ ਨੇ ਬਚਨ ਲਿਖੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ, ਆਹ ਵੇਖੋ ਮੇਰੇ ਲਾਲ ਹੀ ਬੈਠੇ ਨੇ, ਮੇਰੇ ਪੋਤੀ ਬੈਠੇ। ਕਹਿੰਦੇ ਨਹੀਂ, ਨਾਮ ਲੈ ਕੇ ਆਖਿਆ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਕਿੱਥੇ ਨੇ? ਨਜ਼ਰ ਨਹੀਂ ਆ ਰਹੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ਼ਾਰਾ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ, ਸੁਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਦਸ਼ਮੇਸ਼ ਪਿਤਾ ਦਾ ਅਹਿਸਾਨ ਸੰਗਤ ਜੀ ਕਦੀ ਨਾ ਭੁੱਲਿਓ। ਦੋਨੋਂ ਲਾਲ ਸ਼ਹੀਦ ਹੋ ਗਏ। ਚਮਕੌਰ ਦੀ ਗੜੀ ਵਿੱਚ ਸੰਗਤ ਜੀ 11 ਸਿੱਖ ਬਚੇ ਨੇ ਆਪ ਸਮੇਤ। ਜਦੋਂ ਰਾਤ ਪੈ ਗਈ, ਪਹਿਰਾ ਬੜਾ ਸਖਤ ਕਰ ਦਿੱਤਾ। ਇਹ ਨਾ ਹੋਵੇ ਰਾਤ ਦੇ ਹਨੇਰੇ ਵਿੱਚ ਗੁਰੂ ਗੋਬਿੰਦ ਸਿੰਘ ਨਿਕਲ ਜਾਣ। ਬਹੁਤ ਅਲਰਟ ਕਰ ਦਿੱਤਾ ਸਾਰਿਆਂ ਸਿਪਾਹੀਆਂ। ਸੌਣਾ ਨਹੀਂ, ਨੇੜੇ ਨੇੜੇ ਵਾਲੇ ਐਨ ਜਾਗਦੇ ਰਹਿਣਾ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਅਸੀਂ ਸਵੇਰੇ ਆਪ ਜਾਵਾਂਗੇ ਜੰਗ ਦੇ ਮੈਦਾਨ ਵਿੱਚ। ਭਾਈ ਦਇਆ ਸਿੰਘ ਕਹਿੰਦੇ, ਨਹੀਂ ਮਹਾਰਾਜ, ਤੁਹਾਨੂੰ ਨਹੀਂ ਜਾਣ ਦੇਣਾ ਜੰਗ ਦੇ ਮੈਦਾਨ ਵਿੱਚ, ਅਸੀਂ ਆਪ ਜਾਵਾਂਗੇ।
ਸਾਹਿਬ ਕਹਿੰਦੇ ਇਹਦੇ ਤੋਂ ਚੰਗੀ ਜਗ੍ਹਾ ਕਿਹੜੀ ਹੋਵੇਗੀ ਜਿੱਥੇ ਮੇਰੇ ਪਿਆਰਿਆਂ ਦੀ ਰੱਤ ਡੁੱਲੀ ਹੈ, ਜਿੱਥੇ ਉਹਨਾਂ ਦੇ ਸੂਰਮਿਆਂ ਨੇ ਵੀ ਇੱਥੇ ਦਮ ਤੋੜੇ ਨੇ, ਮਰੇ ਨੇ, ਉਹ ਵੀ ਆਖਰ ਸੂਰਮੇ ਨੇ, ਉਹਨਾਂ ਦੀ ਵੀ ਇੱਥੇ ਮੌਤ ਹੋਈ, ਰੱਤ ਡੁੱਲੀ ਹੈ। ਇਹਦੇ ਤੋਂ ਚੰਗੀ ਜਗ੍ਹਾ ਕਿਹੜੀ ਹੋਵੇਗੀ, ਅਸੀਂ ਵੀ ਸ਼ਹਾਦਤ ਦਾ ਜਾਮ ਇੱਥੇ ਪੀਵਾਂਗੇ। ਭਾਈ ਦਇਆ ਸਿੰਘ ਆਵਾਜ਼ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਪੰਥ ਨੂੰ ਹੁਣ ਗੁਰਿਆਈ ਦੇ ਜਾਣੀ ਹੈ, ਤੁਸੀਂ ਪੰਥ ਦੀ ਅਗਵਾਈ ਕਰਨੀ ਹੈ। ਭਾਈ ਦਇਆ ਸਿੰਘ ਕਹਿੰਦੇ ਨੇ ਮਹਾਰਾਜ ਤੁਹਾਡੀਆਂ ਗੱਲਾਂ ਸਭ ਠੀਕ ਨੇ, ਤੁਸੀਂ ਤੇ ਪੰਥ ਨੂੰ ਬਣਾ ਲਓਗੇ ਪਰ ਸਾਡੇ ਕੋਲੋਂ ਗੁਰੂ ਨਹੀਂ ਬਣਾਇਆ ਜਾਣਾ। ਬੇਨਤੀ ਹੈ ਤੁਸੀਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਜਾਓ। ਸੰਗਤ ਜੀ ਵੇਖੋ, ਬਾਬਾ ਬੰਦਾ ਸਿੰਘ ਬਹਾਦਰ ਜਦੋਂ ਤੁਰੇ ਸਨ ਤੇ ਉਹਨਾਂ ਦਾ ਇੱਕ ਹਮਸ਼ਕਲੀ ਸੀ ਬਖਸ਼ੀ ਗੁਲਾਬ ਸਿੰਘ। ਬਖਸ਼ੀ ਗੁਲਾਬ ਸਿੰਘ ਉਹ ਐ ਸੇਮ ਡਿੱਟੋ ਸੀ, ਬਾਬਾ ਬੰਦਾ ਸਿੰਘ ਬਹਾਦਰ ਵਰਗੀ ਉਹਨਾਂ ਦੀ ਸ਼ਕਲ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨਾ ਸਾਹਿਬ ਵਿੱਚ ਅਵਤਾਰ ਹੋਇਆ ਸਾਹਿਬਾਂ ਦਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਮਸ਼ਕਲੀ ਭਾਈ ਸੰਗਤ ਸਿੰਘ ਹੈ। 3 ਮਹੀਨੇ ਵੱਡੇ ਨੇ ਭਾਈ ਸੰਗਤ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਜਦੋਂ ਪਟਨਾ ਸਾਹਿਬ ਤੋਂ 6 ਸਾਲਾਂ ਦੀ ਉਮਰ ਹੈ, ਸਾਹਿਬ ਗੋਬਿੰਦ ਰਾਏ ਜੀ ਦੀ ਆਨੰਦਪੁਰ ਸਾਹਿਬ ਨੂੰ ਆਏ ਤੇ ਵਿਦਵਾਨਾਂ ਨੇ ਇਹ ਲਿਖਿਆ ਏ ਕਿ ਜਿਸ ਜਗ੍ਹਾ ਸਾਹਿਬ ਗੋਬਿੰਦ ਰਾਏ ਜੀ ਨੂੰ ਪਾਲਕੀ 'ਚ ਬਿਠਾਇਆ ਜਾਂਦਾ ਨਾ, ਇਹ ਪਤਾ ਸੀ ਵੀ ਪੱਤਾ ਪੱਤਾ ਵੈਰੀ ਬਣਿਆ ਹੋਇਆ, ਕੋਈ ਨੁਕਸਾਨ ਵੀ ਕਰ ਸਕਦਾ ਏ ਸਾਹਿਬ ਗੋਬਿੰਦ ਰਾਏ ਦਾ। ਭਾਈ ਸੰਗਤ ਸਿੰਘ ਨੂੰ ਪਾਲਕੀ ਵਿੱਚ ਬਿਠਾ ਲੈਂਦੇ ਨੇ ਤੇ ਸਾਹਿਬ ਗੋਬਿੰਦ ਰਾਏ ਜੀ ਨੂੰ ਹੋਰ ਸਵਾਰੀਆਂ ਦੇ ਉੱਤੇ ਬਿਠਾ ਕੇ ਲੈ ਕੇ ਆਉਂਦੇ। ਸੰਗਤ ਜੀ ਜਦੋਂ ਅੰਗਰੇਜ਼ਾਂ ਦਾ ਸ਼ਾਸਕ ਸੀ, ਸ਼ਾਸਨ ਸੀ, ਰਾਜ ਸੀ, ਉਦੋਂ ਵਿਦੇਸ਼ ਤੋਂ ਸੰਗਤ ਜੀ ਉਹ ਇੱਕ ਅੰਗਰੇਜ਼ ਆਇਆ। ਉਹ ਆਪਣੇ ਨਾਲ 4 ਪ੍ਰਿੰਸ ਆਫ ਦਾ ਲਾਜ਼, ਉਹ ਸੰਗਤ ਜੀ ਜਦੋਂ ਹਿੰਦੁਸਤਾਨ ਵਿੱਚ ਆਇਆ ਉਹਦੇ ਨਾਲ 4 ਉਹਦੇ ਹਮਸ਼ਕਲੀਏ ਸਨ। ਪਹਿਚਾਣ ਹੀ ਨਹੀਂ ਸਕਦਾ ਵੀ ਇਹ ਪ੍ਰਿੰਸ ਆਫ ਲਾਜ਼ ਹੈ ਕਿ ਇਹ ਹੈ ਕਿ ਇਹ ਹੈ, ਐਨ ਇੱਕੋ ਜਿਹੀਆਂ ਸ਼ਕਲਾਂ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਨੇ, ਭਾਈ ਸੰਗਤ ਸਿੰਘ ਦੇ ਕਲਗੀ ਸਜਾਈ ਹੈ। ਭਾਈ ਮਾਨ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਨੂੰ ਸਾਹਿਬ ਕਹਿੰਦੇ ਨੇ ਤਰਤੀਬ ਅਨੁਸਾਰ ਨਿਕਲਣਾ ਹੈ। ਜਦੋਂ ਨਿਕਲੇ ਤੇ ਸਤਿਗੁਰੂ ਜੀ ਨੇ ਤਾੜੀ ਮਾਰ ਕੇ ਕਿਹਾ ਸੀ, ਪੀਰੇ ਹਿੰਦ ਮੇ ਰਵਤ, ਪੀਰੇ ਹਿੰਦ ਮੇ ਰਵਤ, ਪੀਰੇ ਹਿੰਦ ਮੇ ਰਵਤ। ਸਿੱਖਾਂ ਦਾ ਗੁਰੂ ਜਾ ਰਿਹਾ ਜੇ, ਆਓ ਪਕੜ ਲਓ ਜਿਹਦੀ ਹਿੰਮਤ। ਪਲਾਨਿੰਗ ਵੇਖੋ ਕੈਸੀ ਕਮਾਲ ਦੀ। ਜਦੋਂ ਆਵਾਜ਼ ਦਿੱਤੀ ਵੀ ਸਿੱਖਾਂ ਦਾ ਗੁਰੂ ਜਾ ਰਿਹਾ, ਉਸੇ ਵੇਲੇ ਇਹ ਫੌਜ ਜਿਹੜੀ ਸੀ ਜਾਗ ਗਈ। ਨੇੜੇ ਹੋਏ ਮਸ਼ਾਲਾਂ ਜਗਾਈਆਂ, ਮਸ਼ਾਲਾਂ ਲੈ ਕੇ ਨੇੜੇ ਹੋਏ ਵੀ ਕਿੱਧਰ ਜਾ ਰਿਹਾ। ਦੂਜੇ ਪਾਸਿਓਂ ਭਾਈ ਦਇਆ ਸਿੰਘ ਨੇ ਆਵਾਜ਼ ਦਿੱਤੀ, ਕਹਿੰਦੇ ਓਏ ਇੱਧਰ ਜੇ ਸਿੱਖਾਂ ਦਾ ਗੁਰੂ। ਉਧਰ ਨੂੰ ਦੌੜੀ ਫੌਜ। ਜਦੋਂ ਦੂਜੇ ਪਾਸੇ ਨੂੰ ਦੌੜੀ, ਤੀਜੇ ਪਾਸੇ ਭਾਈ ਮਾਨ ਸਿੰਘ ਨੇ ਆਵਾਜ਼ ਦੇ ਦਿੱਤੀ, ਉਹ ਤੁਹਾਨੂੰ ਭੁਲੇਖਾ ਜੇ, ਸਿੱਖਾਂ ਦਾ ਗੁਰੂ ਇੱਧਰ ਜਾ ਰਿਹਾ ਹੈ। ਜਦੋਂ ਉਧਰ ਨੂੰ ਫੌਜ ਹੋਈ ਰਾਤ ਦੇ ਹਨੇਰੇ ਵਿੱਚ, ਚੌਥੇ ਪਾਸੇ ਭਾਈ ਧਰਮ ਸਿੰਘ ਨੇ ਆਵਾਜ਼ ਦਿੱਤੀ, ਕਹਿੰਦੇ ਐਵੇਂ ਉਧਰ ਤੁਰੇ ਫਿਰਦੇ ਹੋ, ਸਿੱਖਾਂ ਦਾ ਗੁਰੂ ਇੱਧਰ ਜਾ ਰਿਹਾ ਜੇ। ਫੌਜ ਵਿੱਚ ਹਲਚਲ ਮਚ ਗਈ, ਹਪੜਾ ਦਪੜੀ ਮਚ ਗਈ। ਬਈ ਇੱਧਰੋਂ ਵੀ ਆਵਾਜ਼ ਆ ਰਹੀ ਹੈ, ਇੱਧਰੋਂ ਵੀ ਆਵਾਜ਼ ਆ ਰਹੀ ਹੈ, ਇੱਧਰੋਂ ਵੀ ਆਵਾਜ਼ ਆ ਰਹੀ, ਚਾਰੇ ਪਾਸਿਓਂ ਤੋਂ ਆਵਾਜ਼ ਆ ਰਹੀ ਹੈ। ਕਿੱਧਰ ਹੋਵੇਗਾ ਗੁਰੂ ਗੋਬਿੰਦ ਸਿੰਘ? ਤੇ ਚਮਕੌਰ ਦੀ ਗੜੀ ਵਿੱਚੋਂ ਉੱਚੀ ਆਵਾਜ਼ ਆਈ, ਕਹਿੰਦੇ ਤੁਹਾਨੂੰ ਭੁਲੇਖਾ ਜੇ, ਕਿਧਰੇ ਨਹੀਂ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਤੇ ਗੜੀ ਵਿੱਚ ਬੈਠਾ ਜੇ। ਉਹ ਭਾਈ ਸੰਗਤ ਸਿੰਘ ਦੀ ਆਵਾਜ਼ ਸੀ। ਆਖਰ ਗੜੀ ਦੇ ਅੰਦਰ ਜਾਣ ਦੀ ਹਿੰਮਤ ਨਹੀਂ ਸੀ ਕਿਸੇ ਦੀ ਪੈਂਦੀ। ਭਾਈ ਸੰਗਤ ਸਿੰਘ ਜੀ ਗੜੀ ਦੇ ਅੰਦਰ ਨੇ ਤੇ 8 ਸਿੱਖ ਨਾਲ ਉਹ ਗੜੀ ਦੇ ਵਿੱਚ ਭੁੱਖੇ ਸ਼ੇਰਾਂ ਦੀ ਤਰ੍ਹਾਂ ਸੰਗਤ ਜੀ ਫਿਰ ਰਹੇ ਸਨ। ਜਿਵੇਂ ਭੁੱਖਾ ਸ਼ੇਰ ਪਿੰਜਰੇ ਦੇ ਆਲੇ ਦੁਆਲੇ ਨੂੰ ਵੇਖਦਾ ਏ ਕਿ ਕਿਧਰੋਂ ਮੁਗਲਿਆ ਫੌਜ ਅੰਦਰ ਆਈ ਤੇ ਫਿਰ ਘਾਣ ਵੇਖਿਓ ਅਸੀਂ ਕੀ ਕਰਦੇ, ਆਪਣਾ ਜ਼ੋਰ ਪੂਰਾ ਲਾਵਾਂਗੇ। ਰਾਤ ਬਤੀਤ ਹੋਈ, ਗੁਰੂ ਗੋਬਿੰਦ ਸਿੰਘ ਮਹਾਰਾਜ ਨਿਕਲ ਗਏ, ਕੀੜੀ ਪਿੰਡ ਪਹੁੰਚੇ ਨੇ। ਪੌ ਫਟਾਲਾ ਹੋ ਗਿਆ। ਉੱਥੇ 2 ਗੁੱਜਰ, ਹੁਣ ਤੇ ਚਲੋ ਪੱਠੇ ਹੋ ਗਏ ਨੇ ਨਾ, ਪਹਿਲਾਂ ਮਾਲ ਡੰਗਰ ਚਰਾਉਂਦੇ ਹੀ ਹੁੰਦੇ ਸਨ। ਉਹ ਅਲਫੂ ਤੇ ਗਾਮੂ
उन्होंने वेख के पता सी जंग चल रही चमकौर साहब की, इनाम भी है गुरु गोबिंद सिंह जी के सिर पर। उन्होंने रौला पाना शुरू कर दिता, कहते गुरु गोबिंद सिंह जा रहा है, गुरु गोबिंद सिंह जा रहा है। साहब जी ने आखिया चुप, उच्ची नहीं बोलना। आदत तो मजबूर सन, रौला पाया। इतिहासकार लिखते हैं, कहते एक एक चपेड़ मारी उन्होंने संगत जी, उन्होंने आवाज़ बंद हो गई, दोबारा मुखों आवाज़ नहीं निकली। कईयां ने लिखा तलवार नाल झटका दिता उन्होंने। खैर संगत जी चमकौर की गढ़ी विचों निकले गुरु गोबिंद सिंह महाराज अलफू गामू तो हो के किड़ी पिंड तो बहलोल पिंड, इत्थे एक जंड के थले सुते ने, ते उस रुख का नाम, उस गुरुद्वारे का नाम ही जंड साहब है। किड़ी पिंड तो अगे बहलोल, इत्थे जंड के थले। इत्थों फिर संगत जी माछीवाड़े के जंगल में जाते। दूजे पासे छोटे साहबजादे ते मां गुजर कौर, वो गंगू ब्राह्मण दे नाल उहदे घर रुकदे। रात खैर उन्हें रोटी पानी जो बनाया होवेगा छकाया। मां गुजरी नूं वो परोस के दिता भोजन। हुण मां गुजरी दे कित्थों संगत जी हलक तो उतरे भोजन। जिस मां ने आनंदपुर साहिब दे अंदर, वो मां गुजरी ने बचपन तो लैके गुरु घर की सेवा की, सारे सुख वेखे, आनंद वेख्या, दास दासियां अगे पिछे ने। मां गुजरी नूं भोजन परोस के दिता। छोटियां छोटियां गराइयां तोड़ के ना 7 साल के पोतरे के मूँह च पा रहे हैं। फतेह सिंह खा लै, भुख लगी ते बाबा फतेह सिंह छकदे ने। जोरावर सिंह के मूँह च भी पाइयां बुरकियां तोड़ के। छकी होवेगा अद्धा फुलका, एक फुलका छक लिया होवेगा। 2 मंजियां ला दित्तियां रात। गंगू कहंदा है मां तुसी थके होवोगे, साहबजादियां नाल परेशानी होवेगी। आ एक ते साहबजादे सौ जाणगे, एक ते तुसी सौ जाओ। मां गुजरी आखदी पुत गंगू 1.5 साल दा सी मेरा पोतरा फतेह सौ, जदों इनू जन्म देण वाली मां इहदी जीतो जिहड़ी सी चढ़ाई कर गई सी। 1.5 साल दा सी जदों इहदी मां इनू छड्ड के चली गई। कहंदे मेरे नाल ही उदों दा सौंदा है। सच दादियां हो ना तुसी बैठियां, कई महसूस करके वेखो खां। सियाणे कहंदे भी मूल नालों ना ब्याज प्यारा हुंदा। पोते पोतरियां सच जाणिओ ब्याज बहुत लाड करते हैं। दादे दादी अपने पोते पोतरियां दे नाल ते बच्चे भी करते हैं, क्योंकि टाइम ज़्यादा जिहड़ा वो दादे दादियां देंदे ने। नौजवानों नूं होर कई काम बहुत ने। संगत जी मां गुजरी कहती है ये मेरे तो बिना सौंदा नहीं। खैर मां गुजरी ने एक नूं सज्जे पासे पा लिया, एक नूं खब्बे पासे पा लिया। छत वेखदे ने मां गुजरी, नींद नहीं आउंदी। आखिर सवेरे जे निग बनिया तो थोड़ी नींद आ गई। उस समय जिहदी ते निगाह टका के बैठा सी माया की खुरजी लुका लई। वो खुरजी लुका के संगत जी पासे कर दी। मां गुजरी कहती है पुत गंगू इत्थे माया की थैली पई सी सराणे। केड़ी माया की थैली? मैनू चोर कहंदे हो? मां गुजरी कहंदे नहीं पुत तेनू मैं कदों क्या चोर? जिहो जिहा प्यार मैं अपने गुरु गोबिंद सिंह नाल करदी उहो जिहा तेनू करदी। मैं कदी वितकरा नहीं कीता, क्योंकि गुरु घर का सिद्धांत है गुरसिखां इक्को प्यार, गुर मित्तां पुत्तां भाइयां। कहते ये ना समझो गुरु गोबिंद सिंह जी ने सिख होर समझे ते पुत होर समझे। इक्को जिहा प्यार है गुरु घरों। आखिर दिन चढ़िया। गंगू ब्राह्मण जिहड़ा सी वो जिदबाजी करन लग पिया। तुहानूं पता है हुकूमत ने तुहाडे ते इनाम रखिया, जे मैं शिकायत कर दियां मैनू इनाम मिलेगा। मां गुजरी कहंदी पुत जवान नूं ताला ला ले, उच्ची ना बोल, इहो जिहियां गल्लां नहीं करीदियां, तू सियाणा बण। और पिंड दे चौधरी कोल जाके शिकायत कर आया। पिंड दे चौधरी ने अपने 2 बंदे पैरे ते बिठा के आप मोरंडे थाने गया है। उतों संगत जी 2 सिपाहियां जानी खां ते मानी खां लैके आउंदा। सिपाही आउंदे सार उन्होंने पकड़ लिया।
ਰੱਸੀਆਂ ਬੰਨ੍ਹ ਲਈਆਂ। ਕਈਆਂ ਨੇ ਆਖਿਆ ਵੀ ਹੱਥਕੜੀਆਂ ਲਾ ਲਈਆਂ, ਚਲੋ ਰੱਸੀਆਂ ਬੰਨੀਆਂ ਜਾਂ ਹੱਥਕੜੀਆਂ ਲਾ ਲਈਆਂ। ਤੇ ਕਹਿੰਦੇ ਨੇ ਉਹ ਭਾਈ ਦੂਨਾ ਸਿੰਘ ਨੇ ਹੰਡੂਰੀਆ, ਉਹਨਾਂ ਨੇ ਬੜੇ ਸੋਹਣੇ ਬੋਲ ਲਿਖੇ। ਉਹਨਾਂ ਦੀ ਲਿਖਤ ਸਾਹਮਣੇ ਆ ਰਹੀ। ਕਹਿੰਦੇ ਨੇ ਉਹ ਸਿਪਾਹੀਆਂ ਨੇ ਜਾਨੀ ਖਾਂ ਤੇ ਮਾਨੀ ਖਾਂ, ਇੱਕ ਨੇ ਰੱਸੀ ਫੜ ਕੇ ਹੱਥਕੜੀ ਲਾ ਕੇ ਅੱਗੇ ਅੱਗੇ ਤੋਰਿਆ ਏ ਤੇ ਪਿੱਛੋਂ ਸੋਟੀਆਂ ਦੀ ਮਾਰ ਮਾਰੀ ਜਾ ਰਹੀ। ਜਲਦੀ ਚਲੋ, ਤੋਰ ਕੇ ਮੋਰਿੰਡੇ ਲੈ ਕੇ ਗਏ। ਮੋਰਿੰਡੇ ਕੋਤਵਾਲੀ ਜੇ ਕੈਦ ਵਿੱਚ ਅੰਦਰ ਡੱਕ ਦਿੱਤਾ। ਸਾਰੀ ਰਾਤ ਨਾ ਕੁਝ ਖਾਣ ਦਿੱਤਾ ਤੇ ਨਾ ਕੋਈ ਪੀਣ ਦਿੱਤਾ। ਠੰਡ ਦੇ ਦਿਨ ਨੇ, ਦਿਨ ਚੜਿਆ, ਸਰਹੰਦ ਲੈ ਗਏ। ਸਰਹੰਦ ਜਾ ਕੇ ਖਾਨ ਸਾਹਿਬ ਨੂੰ ਸਿਪਾਹੀ ਕਹਿੰਦੇ ਵਧਾਈ ਹੋ। ਕਹਿੰਦਾ ਕਾਹਦੀ ਵਧਾਈ ਦਿੰਦੇ ਹੋ, ਮੈਂ ਤੇ 10 ਲੱਖ ਦੀ ਫੌਜ ਲੈ ਕੇ ਗਿਆ ਸੀ, ਹਾਰ ਕੇ ਆ ਗਿਆ, ਮੈਨੂੰ ਕਾਹਦੀਆਂ ਵਧਾਈਆਂ ਦਿੰਦੇ। ਕਹਿੰਦੇ ਵੇਖਿਓ ਗੁਰੂ ਗੋਬਿੰਦ ਸਿੰਘ ਤੁਹਾਡੇ ਕਦਮਾਂ ਵਿੱਚ ਚੱਲ ਕੇ ਆਏਗਾ। ਸੰਗਤ ਜੀ ਕਹਿੰਦੇ ਉਹ ਕਿਵੇਂ? ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਉਹਨਾਂ ਦੇ ਪੁੱਤਰ ਅਸੀਂ ਪਕੜ ਕੇ ਲੈ ਕੇ ਆਏ, ਠੰਡੇ ਬੁਰਜ ਵਿੱਚ ਰੱਖਿਆ 3 ਦਿਨ। ਕਦੀ ਨਾ ਭੁੱਲੋ। ਰਾਤ ਪਈ, ਅੱਧੀ ਰਾਤ ਹੋ ਗਈ, ਮੋਤੀ ਰਾਮ ਮਹਿਰਾ ਆਪਣੇ ਘਰੋਂ ਦੁੱਧ ਗਰਮ ਕਰਕੇ ਲਿਆ। ਸਿਪਾਹੀਆਂ ਨੇ ਰੋਕ ਲਿਆ। ਕਹਿੰਦੇ ਕੌਣ? ਉਹ ਕਹਿੰਦੇ ਚਾਹੀਦਾ ਕੀ ਤੁਹਾਨੂੰ? ਸਾਰਾ ਇੰਤਜ਼ਾਮ ਕਰਕੇ ਆਇਆ ਸੀ। ਮੋਹਰਾਂ ਦਿੱਤੀਆਂ ਤੇ ਸਿਪਾਹੀਆਂ ਨੇ ਜਾਣ ਦਿੱਤਾ। ਦੁੱਧ ਪਿਲਾਇਆ। ਮਾਂ ਗੁਜਰੀ ਦੇ ਕੋਲ ਰੱਖ ਕੇ ਗੜਵਾ ਗਲਾਸ। ਮਾਂ ਗੁਜਰੀ ਕਹਿੰਦੀ ਪੁੱਤ ਤੂੰ ਕੌਣ ਹੈ? ਕਹਿੰਦਾ ਮੈਂ ਮੋਤੀ ਮਹਿਰਾ। ਤੂੰ ਕਾਤੋਂ ਆ ਗਿਆ ਆਪਣੀ ਜਾਨ ਜੋਖਮ ਵਿੱਚ ਪਾ ਕੇ, ਮੁਸੀਬਤ ਵਿੱਚ ਪਾ ਕੇ? ਪਰਵਾਹ ਨਾ ਕਰੋ ਮਾਤਾ ਜੀ, ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ, ਆਪਣੇ ਬੱਚਿਆਂ ਦੀ ਪਰਵਾਹ ਕੋਈ ਨਹੀਂ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਵਾਸਤੇ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਤੇ ਮੈਂ ਕਾਤੋਂ ਕਰਾਂ? ਮੈਂ ਵੀ ਤੁਹਾਡੇ ਘਰ ਦਾ ਨਮਕ ਖਾਧਾ। ਆਖਰ ਮਾਂ ਗੁਜਰੀ ਨੇ ਲਾਲਾ ਨੂੰ ਪਿਲਾਇਆ ਦੁੱਧ ਠੰਡਾ ਕਰਕੇ, ਆਪ ਪੀਤਾ ਹੋਵੇਗਾ ਘੁੱਟ। ਰਾਤ ਕੱਟੀ। ਅਗਲੀ ਰਾਤ ਫੇਰ ਅਗਲੇ ਦਿਨ ਕਚਹਿਰੀ ਵਿੱਚ ਗਏ। ਮਾਂ ਗੁਜਰੀ ਨੇ ਥਾਪੜੇ ਦੇ ਦੇ ਕੇ ਤੋਰਿਆ। दादी से बोले अपने सिपाही किधर गए, अब्बा बका के लश्करे शाही किधर गए। कहने भाई भी हमको छोड़ गए, भाई भी हमको भूल गए, शौके जंग में अपना ख्याल तक नहीं, जो के तुफंग में। इथों तक कहते जब रन अजीत जीत के तशरीफ लाएंगे, अब्बा के साथ जिस घड़ी जुझार आएंगे, करके गिला हर एक से हम रूठ जाएंगे। माता कभी पिता कभी भाई मनाएंगे, हमको गले लगा के कहेंगे वार वार मान जाओ, लेकिन हम नहीं मानेंगे जीनहार। कहते सानू अजीत सिंह वड्डे वीर जी गल विच लैके मनाउणगे, असी एक्टिंग करनी है, असी बोलना ही नहीं किन्ना चिर तक, असी उवें ही झूठा जिहा नाराज हो जाना है। कहते सानू गले नाल ला ला के कहणगे फतेह सिंह कातों गुस्से हो गया है, जो जोरावर सिंह कातों गुस्से हो गया है, बोलदा क्यों नहीं साडे नाल। फिर कहते जदों ज़्यादा कहणगे ना ते असीं उन्हां कोल इक वादा लांगे, मेरे वड्डे वीरो हुण तक तुसीं छड्ड के सानू चले गए, पर हुण एक वादा करो साडे नाल, सानू अज तो बाद कदी कल्लियां छड्ड के ते नहीं जाओगे। दादी मां सुनते पे सन। दादी मां का गला भर आया, कोई जवाब ना दे सके, क्योंकि मां नू पता है सब कुछ। कहते हमको गले लगा के कहेंगे वो वार वार मान जाओ, लेकिन हम नहीं मानेंगे जीनहार। कहते उन्हां कोल वादा लांगे। संगत जी बस अखीरला दिन सी, दादी मां ने तोर दिता। बाबा फतेह सिंह कहते ने दादी मां अज नहीं क्या छेती आ जाओ। दादी मां कहती मेरे बच्चों अज मैं नहीं तुहानू उड़ीकना, अज सचखंड तुहाडा दादा तुहानू उड़ीकदा पिया। सच है ओ लासानी शहादत उन्हां साहिबजादियां नू नीहां विच चिणिया गया जिउंदा, बेहोश हो गए, गिर गए। शाशल बेग ते बाशल बेग ने मैं कहना सीने ते चढ़ के अपने हाथ च खंजर लैके ते साहिबजादियां नू जेबा कीता। जेबा कीता। संगत जी बाबा जोरावर सिंह दे प्राण वेखो, रागे जे टकाने ना कट्टी गई तो उस वेले प्राण निकल जाने। जे थोड़ा जिहा आसे पासे हो गया शुरा ते थोड़े प्राण होर ने। बाबा जोरावर सिंह दे प्राण उस वेले निकल गए।
ਬਾਬਾ ਫਤਿਹ ਸਿੰਘ ਕਹਿੰਦੇ ਨੇ ਅੱਧੀ ਘੜੀ ਤੱਕ ਸੰਗਤ ਜੀ 12-13 ਮਿੰਟ ਤੱਕ ਤੜਫਦੇ ਰਹੇ ਤੜਪ ਤੜਪ ਕੇ ਬਾਬਾ ਫਤਿਹ ਸਿੰਘ ਦੇ ਪ੍ਰਾਣ ਨਿਕਲੇ ਜੇ। ਸੰਗਤ ਜੀ ਸ਼ਹੀਦੀਆਂ ਪਾ ਗਏ। ਟੋਡਰ ਮੱਲ ਨੇ ਸਭ ਕੁਝ ਕੁਰਬਾਨ ਕਰ ਦਿੱਤਾ, ਮੋਹਰਾਂ ਵਿਛਾ ਕੇ ਉਹ ਜਗ੍ਹਾ ਨੂੰ ਖਰੀਦਿਆ। ਦੁਨੀਆ ਦੇ ਅੰਦਰ, ਵਰਲਡ ਦੇ ਅੰਦਰ ਜੇ ਕਿਧਰੇ ਕੋਈ ਮਹਿੰਗੀ ਜਗ੍ਹਾ ਹੈ, ਬੰਦਾ ਕਹਿੰਦਾ ਵੇਖੋ ਲਖਨਊ ਤੁਸੀਂ ਜਿੱਥੇ ਬੈਠੇ ਹੋ ਨਾ, ਇਹ ਸੱਚ ਜਾਣੇ VIP ਏਰੀਆ ਜੇ, ਇਹਨੂੰ ਲਖਨਊ ਦਾ VIP ਏਰੀਆ ਕਿਹਾ ਜਾਂਦਾ ਜੇ। ਗੋਮਤੀ ਨਗਰ ਦਾ ਪੋਲਿਸ਼ ਏਰੀਆ, ਬਹੁਤ ਮਹਿੰਗੀ ਇੱਥੇ ਜਗ੍ਹਾ ਹੈ। ਸੱਚ ਜਾਣਿਓ, ਆਪਾਂ ਕਹਿੰਦੇ ਵੀ ਸਾਡਾ ਏਰੀਆ VIP ਏਰੀਆ, ਮਹਿੰਗਾ ਏਰੀਆ, ਪਰ ਜਿਹੜਾ ਜੋਤੀ ਸਰੂਪ ਅਸਥਾਨ ਹੈ ਨਾ, ਉਹ ਕੇਵਲਾ ਜਿੰਨਾ ਕੋ ਥੜੇ ਜਿੰਨੀ ਇਹ ਜਗ੍ਹਾ ਜੇ, ਉਨੀ ਜਗ੍ਹਾ ਤੇ ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਟੋਡਰ ਮੱਲ ਨੇ ਲਈ। ਦੁਨੀਆ ਦੇ ਅੰਦਰ ਉਹਦੇ ਤੋਂ ਮਹਿੰਗੀ ਜਗ੍ਹਾ ਕੋਈ ਨਹੀਂ ਜੀ। ਸੰਗਤ ਜੀ ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ, ਨਮਸਕਾਰ ਹੈ ਉਹਨਾਂ ਸ਼ਹੀਦਾਂ ਨੂੰ। ਧੰਨ ਧੰਨ ਗੁਰਦੇਵ ਸੁਤ, ਜਿਨ ਤਨ ਕੋ ਲੋਭ ਨਾ ਕੀਨ, ਧਰਮ ਰਾਖ ਕਲਮੋਂ ਗਏ, ਦਾਦੇ ਸੋ ਜਸ ਕੀਨ। ਅੱਲਾ ਯਾਰ ਖਾਂ ਯੋਗੀ ਲਿਖਦੇ ਨੇ, ਕਹਿੰਦੇ ਹਮ ਜਾਨ ਦੇ ਕੇ ਔरों की जान बचा चले, सिक्खी की नींव हम